ਦਿਲ ਦੇ ਵਰਗੇ ਲੱਗਦੇ ਨੇ, ਦਿਲ ਵਿੱਚ ਵਸਦੇ ਦਿਲਦਾਰਾਂ ਦੇ। ਤੇ ਗੱਲਾਂ ਤੇ ਗੀਤ ਵਿੱਚ ਅਸੀਂ ਅੱਜ ਦਿਲ ਦੇ ਵਿੱਚ ਵਸਦੇ ਹੋਏ ਦਿਲਦਾਰਾਂ ਦੇ ਲਈ ਗੱਲਾਂ ਕੁਝ ਸੰਗੀਤ ਦੀਆਂ ਕਰਾਂਗੇ, ਕੁਝ ਗੀਤਾਂ ਦੀਆਂ ਕਰਾਂਗੇ, ਕੁਝ ਗਾਇਕੀ ਦੀਆਂ ਹੋਣਗੀਆਂ, ਕਿਉਂਕਿ ਇਹ ਗੱਲਾਂ ਸਾਡੇ ਨਾਲ ਜੁੜੀਆਂ ਹੋਈਆਂ ਨੇ। ਔਰ ਇਹਨਾਂ ਗੱਲਾਂ ਦੇ ਵਿੱਚ ਅਸੀਂ ਆਪਣੇ ਨਾਲ ਇੱਕ ਸ਼ਖਸੀਅਤ ਨੂੰ ਅਕਸਰ ਲੈ ਕੇ ਆਉਂਦੇ ਹਾਂ। ਉਹ ਸ਼ਖਸੀਅਤ ਅੱਜ ਜਿਹੜੀ ਸਾਡੇ ਨਾਲ ਗੱਲਾਂ ਤੇ ਗੀਤ ਦੇ ਵਿੱਚ ਮੌਜੂਦ ਹੈ, ਉਹ ਸ਼ਖਸੀਅਤ ਜਿਹਦੀਆਂ ਆਪਣੀਆਂ ਜੜ੍ਹਾਂ ਬਹੁਤ ਡੂੰਘੀਆਂ, ਪਤਾਲ ਤੋਂ ਵੀ ਅੱਗੇ ਜਾਂਦੀਆਂ ਨੇ, ਤੇ ਜਿਨ੍ਹਾਂ ਦਾ ਸਾਹਿਤਕ ਹਲਕਿਆਂ ਦੇ ਵਿੱਚ ਕੱਦ ਪਹਾੜਾਂ ਤੋਂ ਵੀ ਉੱਚਾ ਅੰਬਰਾਂ ਨੂੰ ਛੂੰਹਦਾ ਹੈ। ਅੱਜ ਸਾਡੇ ਨਾਲ ਸਾਡੀਆਂ ਗੱਲਾਂ ਤੇ ਗੀਤਾਂ ਦੇ ਵਿੱਚ ਹਾਜ਼ਰ ਹੋਣਗੇ ਜੀ ਨਿੰਦਰ ਘੁੰਗਿਆਣਵੀ ਜੀ। ਸਤਿ ਸ੍ਰੀ ਅਕਾਲ ਸਾਰੇ ਦਰਸ਼ਕ ਜਿੰਨੇ ਸਾਡੇ ਡੀਡੀ ਪੰਜਾਬੀ, ਔਰ ਗੱਲਾਂ ਤੇ ਗੀਤ ਦੇ ਨਾਲ ਜੋ ਕਿ ਗੱਲਾਂ ਵੀ ਕਰਾਂਗੇ, ਗੀਤ ਵੀ ਸੁਣਾਂਗੇ। ਬਿਲਕੁਲ ਜੀ। ਔਰ ਗੱਲਾਂ ਅਸੀਂ ਇਸ ਤੋਂ ਪਹਿਲਾਂ ਕਿ ਅਸੀਂ ਦੂਸਰੀਆਂ ਸ਼ੁਰੂ ਕਰੀਏ, ਕਿਉਂਕਿ ਅੱਜ ਕੱਲ੍ਹ ਦੇ ਅਜੋਕੇ ਸਮੇਂ ਦੀ ਗਾਇਕੀ ਜਿਹੜੀ ਹੈ ਉਹ ਤੁਸੀਂ ਵੀ ਦੇਖ ਰਹੇ ਹੋ, ਕਿਉਂਕਿ ਤੁਸੀਂ ਬਹੁਤ ਵੱਡੇ ਪੱਧਰ ਤੇ ਤੁਸੀਂ ਉਸ ਲੋਕ ਗਾਇਕੀ ਨੂੰ ਵੀ ਹੰਢਾਇਆ, ਮਾਣਿਆ ਔਰ ਖੁਦ ਅੰਗ ਸੰਗ ਰਹੇ ਹੋ, ਔਰ ਅੱਜ ਦੀ ਗਾਇਕੀ ਜਿਹੜੀ ਆ ਉਹ ਵੀ ਹੰਢਾ ਰਹੇ ਆ। ਗੱਲ ਪਹਿਲਾਂ ਤੁਹਾਡੇ ਤੋਂ ਕਿ ਤੁਸੀਂ ਵੀ ਨਿੱਕੀ ਉਮਰੇ, ਜਿਸ ਉਮਰੇ ਬੱਚਿਆਂ ਨੂੰ ਫਿਕਰ ਹੁੰਦਾ ਕਿ ਆਪਣੇ ਜੀਵਨ ਦਾ, ਕਿਤੇ ਮਾਪਿਆਂ ਨੂੰ ਵੀ ਹੁੰਦਾ ਕਿ ਸਾਡਾ ਨਿਆਣਾ ਕੁਝ ਪੜ੍ਹ ਲਿਖ ਕੇ ਬਣ ਜਾਵੇ, ਤੁਸੀਂ ਬਾਂਹ ਛੜਾ ਕੇ ਭੱਜਣ ਲੱਗ ਪਏ ਸੀ ਗਾਇਕੀ ਦੇ ਮੈਦਾਨ ਦੇ ਵਿੱਚ। ਸਮਾਂ ਸੀ ਜਦੋਂ ਉਸਤਾਦ ਲਾਲ ਚੰਦ ਯਮਲਾ ਜੱਟ ਹੋਰਾਂ ਦੀ ਗਾਇਕੀ, ਉਹਨਾਂ ਦਾ ਗੀਤ ਸੀ ਜਗ ਤੈਨੂੰ ਛੱਡ ਕੇ ਤੂੰ ਭਗਤੇ ਨੂੰ ਕਰ ਲੈ ਜਿਨ ਤੇਰਾ ਹੋਣਾ ਸਹਾਈ। ਇਹ ਸੁਣ ਕੇ ਪ੍ਰਭਾਵਿਤ ਹੋਇਆ ਸੀਗਾ ਮੈਂ, ਔਰ ਉਹ ਗੀਤ ਦੀ ਜਿਹੜੀ ਧੁਨ ਸੀ, ਉਹਦੀ ਆਤਮਾ ਸੀ ਗੀਤ ਦੀ, ਉਹਨੇ ਬਹੁਤ ਪ੍ਰਭਾਵਿਤ ਕੀਤਾ ਸੀ ਜੀ। ਔਰ ਬਾਲਪਨ ਸੀ, ਬਚਪਨ ਸੀ, ਤਾਂ ਉਸ ਗੀਤ ਨੂੰ ਗੁਣਗੁਣਾਉਂਦਾ ਰਹਿੰਦਾ ਸੀ ਮੈਂ। ਤਾਂ ਫਿਰ ਜਦੋਂ ਉਹਨਾਂ ਦਾ ਸ਼ਾਗਿਰਦ ਬਣਿਆ ਉਹ ਜਾ ਕੇ 1988 ਦੇ ਵਿੱਚ ਜੀ, ਤਾਂ ਉਹਨਾਂ ਵੇਲਿਆਂ ਦੇ ਵਿੱਚ ਦੇਖਣ ਵਾਲੀ ਗੱਲ ਸੀ ਕਿ ਸਮੇਂ 88 ਤੋਂ ਪਹਿਲਾਂ ਦੇ ਜੇ ਆਪਾਂ ਕਰੀਏ ਤਾਂ ਜੇ ਆਪਾਂ ਪਿਛਲ ਝਾਤ ਮਾਰਦੇ ਹਾਂ ਜੀ, ਤਾਂ ਜਿਵੇਂ ਮੈਂ ਸਰਚ ਕੀਤੀ ਆ, ਬਹੁਤ ਸਾਰੀਆਂ ਕਿਤਾਬਾਂ ਲੋਕ ਸੰਗੀਤ ਤੇ ਗਾਇਕੀ ਤੇ ਗਾਇਕਾਂ ਤੇ ਹੈਗੀਆਂ ਜੀ, ਤਾਂ ਉਹ ਸਮੇਂ ਬੜੇ ਸਾਦੇ ਸੀ, ਉਹ ਸਮੇਂ ਬਹੁਤ ਸੁੱਚੇ ਸੀ, ਉਹ ਸਮੇਂ ਬੜੇ ਸੰਜਮ ਵਾਲੇ ਸੀ ਜੀ। ਉਹਨਾਂ ਸਮਿਆਂ ਦੇ ਫਨਕਾਰ ਸੁਹਿਰਦ ਸੀ ਜੀ ਤੇ ਸੰਜੀਦਾ ਸੀ। ਕਿੰਨੇ ਸੱਸੇ ਇਕੱਠੇ ਹੋ ਗਏ। ਵਾਹ। ਔਰ ਇੱਕਦਮ ਜਦੋਂ ਸਮਾਂ ਤੇ ਸਥਿਤੀ ਤੇ ਚਕਾਚੌਂਦ ਲੋਕਾਂ ਦਾ ਜੀਵਨ ਬਦਲਿਆ ਜੀ, ਲੋਕਾਂ ਦਾ ਪਹਿਰਾਵਾ ਬਦਲਿਆ ਜੀ, ਲੋਕਾਂ ਦਾ ਖਾਣ ਪੀਣ ਬਦਲਿਆ, ਲੋਕਾਂ ਦਾ ਰਹਿਣ ਸਹਿਣ ਬਦਲਿਆ, ਤੇ ਗੀਤ ਨੇ ਤਾਂ ਬਦਲਣਾ ਹੀ ਆ ਜੀ। ਜਦੋਂ ਸਮਾਂ ਬਦਲਦਾ ਹੈ ਉਦੋਂ ਰਾਗ ਬਦਲਦਾ ਹੈ, ਉਦੋਂ ਚਿੱਤਰਕਲਾ ਬਦਲਦੀ ਹੈ, ਉਦੋਂ ਕਵਿਤਾ ਬਦਲਦੀ ਹੈ, ਉਦੋਂ ਸਾਡਾ ਗੀਤ ਤੇ ਸਾਡਾ ਸੱਭਿਆਚਾਰ ਅੰਗੜਾਈ ਭੰਨਦਾ। ਬਿਲਕੁਲ ਜੀ, ਬਿਲਕੁਲ। ਉਸ ਸਮੇਂ ਦੇ ਵਿੱਚ ਜਦੋਂ ਸਾਡੀ ਅਫੜਾ ਤਫੜੀ ਆਈ ਹੈ ਜ਼ਿੰਦਗੀ ਵਿੱਚ, ਉਦੋਂ ਗੀਤਾਂ ਦੇ ਵਿੱਚ ਅਫੜਾ ਤਫੜੀ ਆਉਣੀ ਸੁਭਾਵਿਕ ਸੀ। ਬਿਲਕੁਲ ਜੀ। ਸਮਾਂ ਐਸਾ ਬਣ ਗਿਆ, ਮਾਹੌਲ ਐਸਾ ਬਣ ਗਿਆ, ਅਫਰਾ ਤਫਰੀ ਵਾਲਾ ਮਾਹੌਲ ਬਣ ਗਿਆ, ਜ਼ਿੰਦਗੀ ਦੇ ਵਿੱਚ ਦੌੜ ਭੱਜ ਬਣ ਗਈ। ਔਰ ਉਹ ਜਿਵੇਂ ਨਿੰਦਰ ਘੁੰਗਿਆਣਵੀ ਜੀ ਨੇ ਦੱਸਿਆ ਕਿ ਸਮਾਂ ਹੁੰਦਾ ਸੀ, ਸੰਜਮ ਹੁੰਦਾ ਸੀ, ਸੁਹਿਰਦਤਾ ਹੁੰਦੀ ਸੀ, ਔਰ ਉਹ ਸਾਰੀਆਂ ਚੀਜ਼ਾਂ ਅੱਜ ਅਜੋਕੇ ਸਮੇਂ ਦੇ ਵਿੱਚ ਸਾਡੇ ਕੋਲੋਂ ਖੁੱਸ ਗਈਆਂ, ਕਿਉਂਕਿ ਮਸ਼ੀਨੀ ਯੁੱਗ ਦੇ ਵਿੱਚ ਅਸੀਂ ਵੀ ਮਸ਼ੀਨੀ ਹੋ ਗਏ, ਅਸੀਂ ਵੀ ਦੌੜ ਭੱਜ ਦੇ ਵਿੱਚ ਲੱਗ ਗਏ। ਔਰ ਇਸ ਦੌੜ ਭੱਜ ਦੇ ਵਿੱਚ ਅਸੀਂ ਉਸ ਗਾਇਕੀ ਦੀ ਜਿਹੜੀ ਆ ਰੂਹ ਆ ਜਿਹੜੀ, ਉਹ ਸਾਨੂੰ ਲੱਗਦਾ ਕਿ ਕਿਧਰੇ ਗੁਆਚ ਗਈ ਹੈ। ਅੱਜ ਦੇ ਸਮੇਂ ਦੇ ਵਿੱਚ ਉਹ ਗਾਇਕੀ ਦਾ ਉਹ ਮੂੰਹ ਮਹਾਂਦਰਾ ਜਿਹੜਾ ਰਿਹਾ ਨਹੀਂ। ਜੋ ਕਿ ਸੰਗੀਤ ਉਹ ਹੈ ਜੋ ਸੁੱਖ ਦੇਵੇ ਜੀ, ਔਰ ਗੀਤ ਉਹ ਹੈ ਜੋ ਤੁਹਾਨੂੰ ਚੰਗਾ ਲੱਗੇ, ਤੁਹਾਨੂੰ ਟੁੰਬਣਾ ਦੇਵੇ ਜੀ, ਤੁਹਾਨੂੰ ਹੁਲਾਰਾ ਦੇਵੇ, ਤੁਹਾਨੂੰ ਠੰਡ ਪਾਵੇ ਜੀ। ਕਹਿੰਦੇ ਆ ਨਾ ਵੀ ਸੰਗੀਤ ਸੁਣ ਕੇ ਤਪਦੇ ਟਿੱਬੇ ਵੀ ਜਿਹੜੇ ਆ ਸ਼ਾਂਤ ਹੋ ਜਾਂਦੇ ਆ, ਸੰਗੀਤ ਸੁਣ ਕੇ ਪੱਤੇ ਖੜ ਕਰਨਾ ਰੁਕ ਜਾਂਦੇ ਆ, ਸੰਗੀਤ ਸੁਣਦਿਆਂ ਹਵਾ ਵੀ ਜਿਹੜੀ ਹੈ ਉਹਦਾ ਆਨੰਦ ਮਾਣਦੀ ਹੈ ਜੀ। ਤਾਂ ਸੰਗੀਤ ਅਲੌਕਿਕ ਸ਼ਕਤੀ ਹੈ, ਸੰਗੀਤ ਇੱਕ ਵਿਲੱਖਣ ਵਰਤਾਰਾ ਹੈ ਜੀ, ਸੰਗੀਤ ਇੱਕ ਇਹੋ ਜਿਹਾ ਜਜ਼ਬਾ ਹੈ ਜੋ ਮਨੁੱਖ ਦੇ ਅੰਦਰੋਂ ਇੱਕ ਚਸ਼ਮੇ ਵਾਂਗ ਫੁੱਟਦਾ। ਔਰ ਸੰਗੀਤ ਦੀ ਅਰਾਧਨਾ, ਸਾਧਨਾ, ਤਪੱਸਿਆ ਜਿਹੜੇ ਲੋਕਾਂ ਨੇ ਦਿਲੋਂ ਕੀਤੀ, ਜਿਹੜੇ ਲੋਕਾਂ ਨੇ ਸੰਗੀਤ ਨੂੰ ਗਾਇਆ ਹੀ ਤਾਂ ਗਾਇਆ ਨਾਲ ਧਿਆਇਆ, ਇਹਨੂੰ ਧਿਆਉਣਾ ਪੈਂਦਾ ਗਾਉਣ ਵਾਸਤੇ ਜੀ, ਉਹ ਲੋਕਾਂ ਦਾ ਅੱਜ ਵੀ ਨਾਂ ਹੈ। ਕਿਉਂਕਿ ਉਹਨਾਂ ਲੋਕਾਂ ਨੇ ਇੱਕ ਜੋ ਤੁਰੇ ਜਾਂਦੇ ਸੀ ਤਾਂ ਤੁਰੇ ਜਾਂਦੇ ਗਾਉਣ ਲੱਗ ਜਾਂਦੇ ਸੀ। ਬਿਲਕੁਲ। ਜੇ ਉਹ ਬੈਠੇ ਆ ਤੇ ਬੈਠੇ ਗਾਉਣ ਲੱਗ ਜਾਂਦੇ ਆ। ਔਰ ਉਹਨਾਂ ਲੋਕਾਂ ਦਾ ਇੱਕ ਰਿਆਜ਼ ਇਸ ਢੰਗ ਨਾਲ ਹੁੰਦਾ ਸੀ ਕਿ ਸਮੇਂ ਬੜੇ ਹੋਰ ਤਰ੍ਹਾਂ ਦੇ ਸੀ, ਤੇ ਤੁਰ ਕੇ ਜਾਣਾ ਸਾਧਨ ਹੈ ਨਹੀਂ ਸੀ, ਆਵਾਜਾਈ, ਉਹ ਤੁਰੇ ਜਾਂਦੇ ਕਈ ਦਿਨ ਗਾਈ ਜਾਂਦੇ ਸੀ, ਸਾਜ਼ ਕੋਲ ਹੁੰਦੇ ਸੀ, ਇਹ ਰਿਆਜ਼ ਹੋ ਜਾਂਦਾ ਸੀ, ਨਾਲੇ ਪੰਧ ਮੁੱਕ ਜਾਂਦਾ ਸੀ।
ਆਪਦੀ ਮੰਜ਼ਿਲ ਤੇ ਪਹੁੰਚ ਜਾਂਦੇ ਸੀ। ਕੀ ਬਾਤ। ਤੇ ਉਹ ਸਮਿਆਂ ਦੇ ਫਨਕਾਰਾਂ ਦੇ ਜੀਵਨ ਤੇ ਸਰਚ ਕੀਤੀ, ਝਾਤ ਮਾਰਿਆ ਜੀ, ਤਾਂ ਪਤਾ ਲੱਗਿਆ ਕਿ ਉਹਨਾਂ ਨੂੰ ਇਹ ਕੁਦਰਤੀ ਵਰਦਾਨ ਜਾਂ ਕੁਦਰਤੀ ਦਾਤ ਪ੍ਰਾਪਤ ਹੋਈ ਸੀ ਜੀ, ਕਿਉਂਕਿ ਇਹ ਗॉड ਗਿਫਟਡ ਚੀਜ਼ਾਂ ਨੇ। ਬਿਲਕੁਲ ਬਿਲਕੁਲ, ਪ੍ਰਮਾਤਮਾ ਦੀ ਦਾਤ ਹੈ, ਪ੍ਰਾਪਤ ਦਾਤ ਹੈ। ਹੁਣ ਅਸੀਂ ਖੋਣਾ ਚਾਹੁੰਦੇ ਹਾਂ ਜੀ, ਅਸੀਂ ਇਹਨੂੰ ਮੁੱਲ ਲੈਣਾ ਚਾਹੁੰਦੇ ਹਾਂ, ਅਸੀਂ ਕੰਪਿਊਟਰ ਤੇ ਆਪਦੀ ਆਵਾਜ਼ ਬਦਲਣਾ ਚਾਹੁੰਦੇ ਹਾਂ, ਠੀਕ ਹੈ, ਜਿਵੇਂ ਆ ਤਰੰਗਾਂ ਜੀਆਂ ਪਾਉਂਦੇ ਹੁਣ। ਜੀ 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 ਜੀ, ਕੀ ਵੇਵਸ ਜੀ, ਮੈਨੂੰ ਨਹੀਂ ਬਹੁਤਾ ਪਤਾ। ਅਸੀਂ ਜੋ ਹੈ ਜੀ ਉਹ ਨਹੀਂ ਦਿਖਾਉਣਾ ਚਾਹੁੰਦੇ। ਬਿਲਕੁਲ, ਜੋ ਸਾਡੇ ਕੋਲ ਓਰੀਜਨਲ ਹੈ, ਮੌਲਿਕ ਹੈ, ਠੀਕ ਹੈ ਨਾ ਜੀ, ਉਹ ਝਲਕ ਤਾਂ ਉਹਦੀ ਪੈਣੀ ਹੈ। ਬਿਲਕੁਲ, ਉਸਤਾਦ ਕਹਿੰਦੇ ਹੁੰਦੇ ਸੀ, ਮੈਂ ਸੁਣਦਾ ਹੁੰਦਾ ਸੀ ਛੋਟਾ, ਲਿਖਿਆ ਵੀ ਹੈ ਮੈਂ ਇੱਕ ਅੱਧੀ ਥਾਂ ਤੇ ਜੀ, ਵੀ ਆਪਣਾ ਆਪ ਸਾੜਨਾ ਪੈਂਦਾ ਹੈ, ਜਾਲਣਾ ਪੈਂਦਾ ਹੈ, ਫਿਰ ਜਾ ਕੇ ਗੀਤ ਦਾ ਜਨਮ ਹੁੰਦਾ। ਬਿਲਕੁਲ, ਤੇ ਉਹ ਇੱਕ ਨਹੀਂ, ਦੋ ਨਹੀਂ, ਅਣਗਿਣਤ ਲੋਕਾਂ ਦੇ ਮਨਾਂ ਦੇ ਉੱਤੇ ਫਿਰ ਛਾਪ ਛੱਡਦਾ। ਬਿਲਕੁਲ ਜੀ। ਔਰ ਸੱਚੀ ਮੁੱਚੀ ਜਿਵੇਂ ਦੀਵੇ ਦੇ ਵਿੱਚ ਬੱਤੀ ਬਲਦੀ ਹੈ, ਉਸ ਤਰ੍ਹਾਂ ਬਲ ਕੇ ਫਿਰ ਲੋ ਕਰਨੀ ਗੀਤਾਂ ਦੀ, ਕਿਉਂਕਿ ਉਹਨਾਂ ਸਮੇਂ ਦੇ ਵਿੱਚ, ਜਿਨ੍ਹਾਂ ਸਮੇਂ ਦੇ ਵਿੱਚ ਤੁਸੀਂ ਉਸਤਾਦ ਲਾਲ ਚੰਦ ਯਮਲਾ ਜੱਟ ਜੀ ਦੇ ਨਾਲ ਰਹੇ ਹੋ, ਉਸ ਸਮੇਂ ਉਸ ਵੇਲੇ ਗੀਤ ਸੰਗੀਤ ਕੰਨਾਂ ਦੇ ਅੰਦਰ ਕੁਛ ਝਰਨਿਆਂ ਦੇ ਫੁੱਟਣ ਵਰਗਾ ਕਰਦੇ ਹੁੰਦੇ ਸੀਗੇ। ਉਹਨਾਂ ਦੇ ਵਿੱਚ ਕੁਛ ਰੂਹਾਂ ਨੂੰ ਸਕੂਨ ਮਿਲਦਾ ਹੁੰਦਾ ਸੀ। ਜਿਵੇਂ ਤੁਸੀਂ ਦੱਸਦੇ ਹੋ ਕਿ ਤਪਦੇ ਥਾਲ ਜਿਹੜੇ ਆ ਉਹ ਸ਼ਾਂਤ ਹੋ ਜਾਂਦੇ ਹੁੰਦੇ ਸੀਗੇ। ਲਾਲ ਚੰਦ ਯਮਲਾ ਜੱਟ ਜੀ ਦੇ ਨਾਲ ਰਹਿੰਦਿਆਂ ਤੁਸੀਂ ਉਹਨਾਂ ਦੇ ਨਾਲ ਕਿੰਨੇ ਕੁ ਸਾਲ ਗੁਜ਼ਾਰੇ ਆ, ਅਤੇ ਉਹਨਾਂ ਦੇ ਕੋਲੋਂ ਇਸ ਗੀਤ ਸੰਗੀਤ ਦੇ ਬਾਰੇ ਕੀ ਕੁਝ ਸੋਚਿਆ, ਕੀ ਕੁਝ ਸਿੱਖਿਆ? ਉਸਤਾਦ ਯਮਲਾ ਜੀ ਹੋਰਾਂ ਦੀ ਸੰਗਤ ਦੀ ਰੰਗਤ ਹੀ ਹੈ ਜੀ ਸੀ ਵੀ ਜਿਹੜਾ ਬੰਦਾ ਉਹਨਾਂ ਦੇ ਕੋਲ ਕੁਝ ਸਮਾਂ ਬਹਿ ਜਾਂਦਾ ਸੀ ਤਾਂ ਉਹ ਉਹਨਾਂ ਦਾ ਸ਼ਾਗਿਰਦੀ ਬਣ ਜਾਂਦਾ ਸੀ, ਮੁਰੀਦ ਹੋ ਜਾਂਦਾ ਸੀ। ਬਹੁਤ ਸਾਰੇ ਲੋਕ ਆਏ, ਪੂਰੇ ਪੰਜਾਬ ਚੋਂ ਆਏ, ਮਾਝੇ ਚੋਂ ਬਹੁਤ ਲੋਕ ਆਏ, ਤੇ ਜੇ ਤੂੰਬੀ ਨੂੰ ਹੱਥ ਲਾ ਲਿਆ, ਤੂੰਬੀ ਆਪਣੇ ਆਪ ਹੀ ਉਹਨੂੰ ਵਜਾਉਣੀ ਆ, ਕੋਈ ਤਰੱਦਦ ਕਰਨ ਦੀ ਲੋੜ ਨਹੀਂ ਪੈਂਦੀ ਸੀ। ਅੱਛਾ, ਕੁਛ ਦਿਨਾਂ 'ਚ ਫਿਰ ਉਹਦੀ ਸ਼ੈਲੀ ਤੇ ਸਟਾਈਲ ਜਿਹੜਾ ਸੀ ਉਹ ਬਣਾਇਆ ਨਹੀਂ, ਆਪਣੇ ਆਪ ਹੀ ਉਹਦੇ ਰੰਗ 'ਚ ਰੰਗਿਆ ਜਾਂਦਾ ਸੀ। ਜਿਹੜਾ ਇੱਕ ਪਰੰਪਰਾ ਸੀ ਕਿ ਗੁਰੂ ਦੇ ਰੰਗ 'ਚ ਸ਼ਾਗਿਰਦ ਰੰਗਿਆ ਜਾਂਦਾ ਹੈ ਤੇ ਉਹ ਗਾਉਂਦਾ, ਤਾਂ ਜਦੋਂ ਵੀ ਉਹਦੇ ਚੇਲੇ ਗਾਉਂਦੇ ਆ ਤਾਂ ਉਹਦੀ ਝਲਕ ਜਿਹੜੀ ਪੈਂਦੀ ਹੈ। ਇੱਥੇ ਦੂਰਦਰਸ਼ਨ ਤੇ ਵੀ ਬਹੁਤ ਸਾਰੇ ਲੋਕ ਗਾਉਂਦੇ ਨੇ, ਰੇਡੀਓ ਤੇ ਵੀ ਬਹੁਤ ਸਾਰੇ ਲੋਕ ਗਾਉਂਦੇ ਨੇ, ਤਾਂ ਉਹਨਾਂ ਦੇ ਕੋਲ ਬੈਠ ਕੇ ਜੋ ਸੰਗੀਤ ਦੇ ਸਮੁੰਦਰ 'ਚ ਟੁੱਬੀ ਲਾਉਣ ਵਾਲੀ ਗੱਲ ਹੁੰਦੀ ਸੀ, ਤਾਂ ਦੇਖਦੇ ਸੀ ਅਸੀਂ ਕਿ ਇੱਕ ਸਿੰਪਲ ਸਾਦਾ ਦਾਦੇ ਦੀ ਉਮਰ ਦਾ ਬੰਦਾ ਹੈ, ਔਰ ਉਹ ਠੰਡੀ ਰੋਟੀ ਦੇ ਉੱਤੇ ਅੰਬ ਦਾ ਅਚਾਰ ਦੀ ਫਾੜੀ ਰੱਖ ਕੇ ਬੜੀ ਸਾਦਗੀ ਨਾਲ ਤੇ ਸਵਾਦ ਨਾਲ ਖਾ ਸਕਦਾ। ਉਹ ਕੱਪੜੇ ਧੋਣ ਵਾਲੇ ਸਾਬਣ ਨਾਲ ਆਪ ਨਲਕਾ ਗੇੜ ਕੇ ਨਹਾ ਸਕਦਾ। ਉਹ ਆਪਣੇ ਮਹੱਲੇ ਦੇ ਵਿੱਚ ਇੱਕ ਲੱਕੜ ਦੇ ਟਿਚਕੂ ਕਰਦੇ ਬੈਂਚ ਤੇ ਬਹਿ ਕੇ ਕਿਸੇ ਰਿਕਸ਼ੇ ਵਾਲੇ ਦਾ ਦੁੱਖ ਸੁੱਖ ਵੀ ਸੁਣ ਸਕਦਾ। ਔਰ ਇਹ ਮਸਤਾਨੇ ਲੋਕ ਸੀਗੇ, ਆਕੜ ਤੇ ਫੂਫਾਂ ਤੋਂ ਪਰੇ ਸੀ, ਰਹਿਤ ਸੀ, ਔਰ ਇਹਨਾਂ ਲੋਕਾਂ ਨੇ ਲੋਕਾਂ ਦੇ ਮਨਾਂ ਤੇ ਗਾਇਕੀ ਰਾਹੀਂ ਤਾਂ ਰਾਜ ਕੀਤਾ, ਆਪਣੀ ਸ਼ਖਸੀਅਤ ਰਾਹੀਂ ਵੀ ਰਾਜ ਕੀਤਾ। ਔਰ ਜੇਕਰ ਅਸੀਂ ਗੱਲ ਕਰੀਏ, ਤੁਸੀਂ ਜਿਵੇਂ ਕਹਿੰਦੇ ਹੋ ਕਿ ਜਿਹੜੇ ਵੀ ਇਸ ਤਰ੍ਹਾਂ ਦੇ ਜਿਹੜੇ ਫਨਕਾਰ ਸੀ, ਜਿਹੜੇ ਗਾਇਕ ਤਾਂ ਸੀ, ਫਿਰ ਲੋਕ ਗਾਇਕ ਬਣੇ, ਲੋਕਾਂ ਦੇ ਮਨਾਂ ਦੇ ਵਿੱਚ ਉਹਨਾਂ ਨੇ ਰਾਜ ਕੀਤਾ, ਅੰਦਰ ਧੱਸ ਗਏ ਉਹ ਗਾਇਕ, ਔਰ ਰਹਿੰਦੀ ਦੁਨੀਆ ਤੱਕ ਉਹ ਬਾਹਰ ਕੱਢਣੇ ਕਦੇ ਵੀ ਨਹੀਂ ਅਸੀਂ ਸੋਚ ਸਕਦੇ। ਤੇ ਉਹਨਾਂ ਗਾਇਕਾਂ ਦੇ ਨਾਲ ਰਹਿੰਦੇ ਤੁਸੀਂ ਵੀ ਤੂੰਬੀ ਦੇ ਉੱਪਰ ਬਹੁਤ ਵਾਰੀ ਅਸੀਂ ਦੇਖਿਆ ਤੁਹਾਨੂੰ ਬਹੁਤ ਸਾਰੀਆਂ ਥਾਵਾਂ ਦੇ ਉੱਪਰ, ਔਰ ਤੁਹਾਡੇ ਵਿੱਚੋਂ ਵੀ ਉਹ ਝਲਕਾਰਾ ਪੈਂਦਾ ਹੈ, ਉਹ ਉਸਤਾਦ ਜੀ ਦੇ ਹੁੰਦੇ ਨੇ ਦੀਦਾਰ। ਤੇ ਅਸੀਂ ਚਾਹੁੰਦੇ ਹਾਂ ਕਿ ਜੇਕਰ ਇੱਕ ਛੋਟੀ ਜਿਹੀ ਝਲਕ, ਕਿਉਂਕਿ ਅਸੀਂ ਦਿਖਾਉਣਾ ਚਾਹੁੰਦੇ ਹਾਂ ਆਪਣੇ ਦਰਸ਼ਕਾਂ ਨੂੰ ਵੀ ਕਿ ਅੱਜ ਵੀ ਉਹ ਗਾਇਕੀ ਜਿਹੜੀ ਹੈ ਉਹ ਜਿਉਂਦੀ ਹੈ, ਜਾਗਦੀ ਹੈ। ਉਹਨਾਂ ਦੀਆਂ ਲਾਈਆਂ ਹੋਈਆਂ ਜਿਹੜੀਆਂ ਕਲੀਆਂ ਨੇ ਉਹ ਅੱਜ ਫੁੱਲ ਬਣ ਕੇ ਮਹਿਕ ਰਹੀਆਂ ਨੇ, ਔਰ ਅੱਜ ਪੂਰਾ ਪੰਜਾਬੀ ਦਾ ਚੌਗਿਰਦਾ ਜਿਹੜਾ ਮਹਿਕਾ ਰਹੀਆਂ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਨਿੰਦਰ ਘੁਗਿਆਣਵੀ ਜੀ ਵੀ ਨੇ। ਕੱਲ੍ਹ ਪਰਸੋਂ ਮੈਂ ਰੇਡੀਓ ਸੁਣਦਾ ਅਜੇ ਵੀ, ਤੇ ਰੇਡੀਓ ਦੇ ਉੱਤੇ ਉਹ ਮਾਹੀਆ ਟੱਪੇ ਗਾ ਰਹੇ ਸੀ। ਅੱਛਾ, ਤੇ ਉਹ ਮੈਨੂੰ ਯਾਦ ਸੀ, ਬੜਾ ਤੂੰਬੇ ਨਾਲ ਉਹਨਾਂ ਨੇ ਗਾਇਆ ਹੋਇਆ। ਤੂੰਬਾ ਤਾਂ ਅੱਜ ਮੈਂ ਲੈ ਕੇ ਨਹੀਂ ਆਇਆ ਜੀ। ਮੁੱਲ ਪੈ ਗਿਆ ਨੀ ਰੇਤਾ ਦਾ, ਮੁੱਲ ਪੈ ਗਿਆ ਰੇਤਾ ਦਾ, ਔ ਤੂੰ ਰਾਣੀ
ਕਰਦੀ ਏ ਮੈਂ ਰਾਜਾ ਖੇਤਾਂ ਦਾ, ਮੈਂ ਰਾਜਾ ਖੇਤਾਂ ਦਾ। ਕਿਆ ਬਾਤ। ਸੁਨਿਆਰਿਆਂ ਵਿਕੜ ਚਾਂਦੀ, ਉਹ ਸੁਨਿਆਰਿਆਂ ਵਿਕੜ ਚਾਂਦੀ, ਅੱਲਾ ਮੀਆਂ ਫਜ਼ਲ ਕਰੀ, ਪੁੱਲ ਬੰਦਿਆਂ ਤੋਂ ਹੋ ਜਾਂਦੀ, ਪੁੱਲ ਬੰਦਿਆਂ ਤੋਂ ਹੋ ਜਾਂਦੀ। ਕਿਆ ਬਾਤ ਹੈ ਜੀ, ਕਿਆ ਬਾਤ। ਸੱਚਮੁੱਚ ਮੈਨੂੰ ਉਹ ਚਿੱਟੇ ਲਿਬਾਸ ਦੇ ਵਿੱਚ ਉਹ ਗਲ ਦੇ ਵਿੱਚ ਪਾਇਆ ਹੋਇਆ ਹੈ ਤੇ ਔਰ ਤੁਰਲਾ ਸ਼ਮਲਾ ਉਹ ਅੱਜ ਵੀ ਦਿਖਾਈ ਦੇ ਰਿਹਾ, ਜਿਨ੍ਹਾਂ ਨੇ ਪੰਜਾਬੀ ਗਾਇਕੀ ਦਾ ਸ਼ਮਲਾ ਉੱਚਾ ਕੀਤਾ ਸੀਗਾ। ਔਰ ਸੱਚਮੁੱਚ ਇਹ ਬਹੁਤ ਹੀ ਖੂਬਸੂਰਤ ਉਹ ਸਮਾਂ ਸੀ ਜਿਹੜਾ ਤੁਸੀਂ ਨੇੜਿਓਂ ਹੰਢਾਇਆ। ਤੇ ਹੌਲੀ ਹੌਲੀ ਜਿਵੇਂ ਤੁਸੀਂ ਕਿਹਾ ਵੀ ਸਮਾਂ ਬਦਲਦਾ ਹੈ, ਦਿਨ ਰਾਤ ਬਦਲਦੇ ਨੇ, ਫਿਰ ਰੰਗ ਬਦਲਦੇ ਨੇ, ਦੁਨੀਆ ਦੇ ਰੰਗ ਬਦਲਦੇ ਨੇ। ਅਜੋਕੇ ਸਮੇਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਸਮਾਂ ਕਿੰਨੀ ਕੁ ਤੇਜ਼ੀ ਦੇ ਨਾਲ ਬਦਲਿਆ? ਕੀ ਸਮੇਂ ਦੇ ਅਨੁਸਾਰ ਹੀ ਰੰਗ ਬਦਲੇ ਆ ਜਾਂ ਫਿਰ ਥੋੜ੍ਹੇ ਜਿਹੇ ਸਮੇਂ ਦੇ ਨਾਲੋਂ ਤੇਜ਼ ਹੋ ਕੇ ਰੰਗ ਬਦਲ ਗਏ? ਅਸਲ 'ਚ ਜਦੋਂ ਮਨੁੱਖੀ ਜੀਵਨ ਦੇ ਵਿੱਚ ਖਲਾਅ ਪੈਦਾ ਹੁੰਦਾ ਤਾਂ ਉਪਰਾਮਤਾ ਆਉਂਦੀ ਹੈ ਜੀ। ਉਪਰਾਮਤਾ ਤੇ ਖਲਾਅ ਬਹੁਤ ਭੈੜੀਆਂ ਅਵਸਥਾ ਹੁੰਦੀ ਹੈ ਔਰ ਇਸ ਅਵਸਥਾ ਦੇ ਵਿੱਚ ਬੰਦਾ ਸਕੂਨ ਲੱਭਦਾ ਜੀ। ਸਕੂਨ ਤੇ ਅਹਿਸਾਸ ਜਜ਼ਬਾਤ ਜਦੋਂ ਇਕੱਠੇ ਹੁੰਦੇ ਆ ਉਦੋਂ ਗੀਤ ਦਾ ਜਨਮ ਹੁੰਦਾ ਜੀ। ਔਰ ਗੀਤ ਸੱਚਮੁੱਚ ਸਕੂਨ ਦੇਣ ਵਾਲਾ ਹੀ ਹੋਣਾ ਚਾਹੀਦਾ ਤੇ ਗੀਤ ਜਦੋਂ ਸਕੂਨ ਦਿੰਦਾ ਤਾਂ ਉਹ ਸਰੋਤੇ ਨੂੰ ਆਪਣੇ ਕਲਾਵੇ 'ਚ ਲੈਂਦਾ ਜੀ। ਗੀਤ ਜਦੋਂ ਸਰੋਤੇ ਨੂੰ ਕਲਾਵੇ 'ਚ ਲੈਂਦਾ ਤਾਂ ਉਦੋਂ ਉੱਤਮ ਕਲਾ ਦਾ ਨਮੂਨਾ, ਉੱਤਮ ਕਲਾ ਦੀ ਸਿਰਜਣਾ ਮੰਨੀ ਜਾਂਦੀ ਹੈ ਜੀ। ਸਾਡੇ ਉਲਟ ਹੋਇਆ, ਸਾਡੇ ਜੀਵਨ ਦੇ ਵਿੱਚ ਜੋ ਕੁਝ ਆਇਆ ਉਹ ਗੀਤਾਂ 'ਚ ਆਉਣਾ ਸੀ ਪਰ ਉਹਦਾ ਪ੍ਰਭਾਵ ਸਾਰੀ ਦੁਨੀਆ 'ਚ, ਜਿਵੇਂ ਹੁਣ ਨਸ਼ਿਆਂ ਦੇ ਗੀਤ ਆਏ ਜੀ, ਗੈਂਗਸਟਰਾਂ ਦੇ ਗੀਤ ਆਏ ਔਰ ਹਥਿਆਰਾਂ ਦੇ ਗੀਤ ਆਏ, ਕੁੜੀ ਨੂੰ ਬਦਨਾਮ ਕਰਨ ਦੇ ਗੀਤ ਆਏ। ਉਹ ਪੰਜਾਬਣ ਜੀ ਦਾ ਕਦੇ ਨੂਰਪੁਰੀ ਨੇ ਲਿਖਿਆ, ਹਸਨਪੁਰੀ ਨੇ ਲਿਖਿਆ, ਤੇਰਾ ਨਹੀਂ ਉਹ ਜੱਗ ਤੇ ਜਵਾਬ ਨਹੀਂ ਪੰਜਾਬਣੇ, ਪੀਲਾ ਸੂਟ ਪਾ ਕੇ ਤੂੰ ਸਰੋਂ ਦਾ ਫੁੱਲ ਲੱਗਦੀ ਹੈ, ਲਾਲ ਪਾ ਕੇ ਲੱਗਦੀ ਗੁਲਾਬ ਨਹੀਂ ਪੰਜਾਬ ਨੇ, ਜਿਹਨੂੰ ਵਡਿਆਈ ਦਿੱਤੀ। ਔਰ ਧਨੀ ਰਾਮ ਚਾਤਰਕ ਨੇ ਬੱਲੇ ਨਹੀਂ ਪੰਜਾਬ ਦੀ ਇਹ ਸ਼ੇਰ ਬੱਚੀਏ, ਸ਼ੇਰ ਬੱਚੀ ਕਿਹਾ। ਉਹਨੂੰ ਗੀਤਾਂ ਦੇ ਵਿੱਚ ਰੋਲ ਕੇ ਰੱਖਤਾ, ਉਹਨੂੰ ਗੀਤਾਂ ਦੇ ਵਿੱਚ ਹਕਾਰਤ ਭਰੀ ਨਜ਼ਰ ਨਾਲ ਧੋਖੇਬਾਜ਼, ਦਗੇਬਾਜ਼, ਪਾਪਣ, ਕਲੈਣੀ, ਕੁਲੱਛਣੀ, ਕੀ ਸ਼ਬਦ ਸਾਡੇ ਗਾਇਕਾਂ ਤੇ ਗੀਤਕਾਰਾਂ ਨੇ ਵਰਤੇ ਆ। ਇਹ ਪੰਜਾਬੀਆਂ ਦੀ ਆਤਮਾ ਦਾ ਸੁਹਜ ਸਵਾਦ ਨਹੀਂ ਹੈ, ਇਹ ਪੰਜਾਬੀਆਂ ਦੇ ਵਾਸਤੇ ਕੋਈ ਵਿਲੱਖਣਤਾ ਹੀ ਨਹੀਂ ਹੈ ਜੀ। ਔਰ ਉਸ ਨੂੰ ਜਿਹਨੂੰ ਗੁਰੂਆਂ ਨੇ ਗੁਰਬਾਣੀ ਦੇ ਵਿੱਚ ਕਿੰਨੀ ਮਹਿਮਾ ਦਿੱਤੀ ਜੀ, ਠੀਕ ਹੈ ਨਾ, ਜਿਹਨੇ ਰਾਜੇ ਗੁਰੂ ਪੀਰ ਜਨਮੇ, ਉਸ ਔਰਤ ਨੂੰ ਜਿਹੜਾ ਹੈ ਗੀਤਾਂ ਦੇ ਵਿੱਚ ਮਾਣ ਨਹੀਂ ਦਿੱਤਾ ਅਸੀਂ ਜੀ, ਉਹਨੂੰ ਅਸੀਂ ਗੀਤਾਂ ਦੇ ਵਿੱਚ ਅਪਮਾਨ ਦਿੱਤਾ, ਅਪਮਾਨ ਦਿੱਤਾ। ਜਦੋਂ ਮਾਣ ਤੇ ਅਪਮਾਨ ਦੀ ਲੜਾਈ ਹੋਊਗੀ ਜੀ ਉਦੋਂ ਬਹੁਤ ਕੁਝ ਚੰਗਾ ਨਹੀਂ ਵਾਪਰਦਾ। ਔਰ ਮੈਂ ਸਮਝਦਾ ਕਿ ਗੀਤ ਇੱਕ ਉਹ ਅਵਸਥਾ ਹੈ ਜਦੋਂ ਆਤਮਾ ਤੇ ਪਰਮਾਤਮਾ, ਜਦੋਂ ਰੂਹ ਤੇ ਬੁੱਤ ਜੀ ਦਾ ਸੁਮੇਲ ਹੁੰਦਾ ਤੇ ਕੁਦਰਤ ਤੇ ਕਾਦਰ ਇੱਕ ਸੁਰ ਹੁੰਦੇ ਨੇ, ਉਦੋਂ ਗੀਤ ਪੈਦਾ ਹੁੰਦਾ। ਬਿਲਕੁਲ ਜੀ, ਬਹੁਤ ਹੀ ਖੂਬਸੂਰਤ ਗੱਲ ਕਹੀ ਹੈ ਕਿ ਜਦੋਂ ਪਰਮਾਤਮਾ ਦੇ ਨਾਲ ਤੁਸੀਂ ਇੱਕ ਮਿਕ ਹੋ ਜਾਂਦੇ ਹੋ ਔਰ ਉਦੋਂ ਫਿਰ ਇਲਾਹੀ ਇੱਕ ਐਸਾ ਤੁਹਾਨੂੰ ਫਰਮਾਨ ਜਾਰੀ ਹੁੰਦਾ ਕਿ ਤੁਸੀਂ ਕਾਗਜ਼ ਦੀ ਹਿੱਕ ਦੇ ਉੱਪਰ ਕੁਝ ਉਘੇੜ ਦਿੰਦੇ ਹੋ, ਕੁਝ ਲਿਖ ਦਿੰਦੇ ਹੋ, ਫਿਰ ਉਹ ਗੀਤ ਬਣਦਾ ਔਰ ਉਹ ਗੀਤ ਰੂਹਾਂ ਦਾ ਗੀਤ ਹੁੰਦਾ। ਪਰ ਅਜੋਕੇ ਸਮੇਂ ਦੇ ਵਿੱਚ ਸਾਡੀਆਂ ਰੂਹਾਂ ਨੂੰ ਜਿਹੜਾ ਉਹ ਤੜਫਾਉਣ ਵਾਲੇ ਗੀਤ ਵੀ ਆ ਰਹੇ ਨੇ, ਬਹੁਤ ਕੁਝ ਹੋਰ ਵੀ ਹੋ ਰਿਹਾ ਹੈ। ਔਰ ਜੇਕਰ ਦੇਖਿਆ ਜਾਵੇ ਕਿ ਸਾਡੀ ਇਸ ਗਾਇਕੀ ਦੇ ਵਿੱਚ ਜਿਹੜੀ ਅੱਜ ਬਹੁਤ ਬਦਲ ਚੁੱਕੀ ਹੈ ਔਰ ਇਸ ਗਾਇਕੀ ਨੇ ਇੰਨਾ ਕੁਝ ਸਾਡੇ ਵਿੱਚ ਖਲਲ ਪਾ ਦਿੱਤਾ ਹੈ ਕਿ ਸਾਨੂੰ ਸਮਝ ਨਹੀਂ ਆਉਂਦੀ ਹੁਣ ਕੀ ਕੀਤਾ ਜਾਵੇ। ਕਿ ਇਹਦੇ ਉੱਪਰ ਆਪਾਂ, ਕਿਉਂਕਿ ਅਕਸਰ ਅਸੀਂ ਦੋਸ਼ ਦੇਣ ਦੇ ਆਦੀ ਹਾਂ, ਅਕਸਰ ਅਸੀਂ ਆਪਣੀਆਂ ਗਲਤੀਆਂ ਦੇ ਲਈ ਵੀ ਲੱਭਦੇ ਹਾਂ ਬੰਦਾ ਕਿ ਹੁਣ ਆਪਣੀ ਗਲਤੀ ਦਾ ਜ਼ਿੰਮਾ ਕਿਹਨੂੰ ਦਈਏ। ਕੀ ਆਪਾਂ ਇਹ ਕਹਿ ਸਕਦੇ ਹਾਂ ਇੱਥੇ ਕਿ ਜਿਹੜੇ ਬਾਹਰੋਂ ਕੁਝ ਗਾਇਕ ਆਏ ਸੀਗੇ, ਕੁਝ ਨਵੇਂ ਮੁੰਡੇ ਆਏ, ਉਧਰੋਂ ਪੈਸਾ ਪੂਸਾ ਕਮਾ ਕੇ ਆਏ, ਡਾਲਰ ਪਾਉਂਡ ਲੈ ਕੇ ਆਏ, ਇੱਧਰ ਆਪਣੇ ਪੰਜਾਬ ਦੇ ਵਿੱਚ ਆਏ, ਇੱਧਰ ਆਣ ਕੇ ਉਹਨਾਂ ਨੇ ਵੀਡੀਓ ਕੀਤੀਆਂ, ਤਰ੍ਹਾਂ ਦੇ ਸਟਾਈਲ ਲੈ ਕੇ ਆਏ, ਕਿ ਉਹਨਾਂ ਨੂੰ ਵੀ ਦੋਸ਼ ਦਿੱਤਾ ਜਾ ਸਕਦਾ ਇਸ ਵਿਗਾੜ ਦਾ? ਦੋਸ਼ੀ ਸਾਰੇ ਹੀ ਹੈ ਤੇ ਬਰੀ ਹੋਣਾ ਚਾਹੁੰਦੇ ਆ, ਠੀਕ ਹੈ ਜੀ। ਜਦੋਂ ਉਧਰੋਂ ਆਏ ਆ ਨਾ, ਉਹ ਆਏ ਸੀ ਸ਼ੌਕੀਆ,
ਜਦੋਂ ਉਹਨਾਂ ਨੇ ਵੇਖਿਆ ਵੀ ਇਹਦੇ 'ਚ ਤਾਂ ਪੈਸੇ ਬਣਦੇ ਆ, ਠੀਕ ਹੈ, ਇਕੱਲੇ ਲੱਗਦੇ ਹੀ ਨਹੀਂ, ਨਾਲੇ ਪੁੰਨ ਤੇ ਨਾਲੇ ਫਲੀਆਂ, ਤੇ ਜਿਹੜਾ ਕੁਝ ਬਣਦਾ ਜਿੰਨੀ ਨਾਤੀ ਉਹਨਾਂ ਪੁੰਨ ਕਹਿ ਲਾ ਵੀ ਕੁਛ ਤਾਂ ਬਣਦਾ ਹੈ ਜੀ। ਉਹ ਇੱਧਰ ਨੂੰ ਭੱਜ ਪਏ, ਇੱਧਰਲੇ ਉੱਧਰ ਨੂੰ ਭੱਜ ਪਏ ਉਹਨਾਂ ਨੂੰ ਵੇਖ ਕੇ ਵੀ ਜੇ ਇਹ ਇਦਾਂ ਚਮਕ ਦਮਕ ਨਾਲ ਵਾਲ ਵੂਲ ਜੇ ਵਧਾ ਕੇ ਛੱਲੇ ਮੁੰਦੀਆਂ ਪਾ ਕੇ ਤੇ ਆਪਣੇ ਵਧੀਆ ਗੱਡੀਆਂ ਸਪੋਰਟ ਸ਼ੂ ਪਾ ਕੇ ਤੇ ਘੁੰਮ ਸਕਦੇ ਆ ਤੇ ਅਸੀਂ ਕਿਉਂ ਨਹੀਂ। ਫਿਰ ਉਹ ਕਹਿੰਦੇ ਅਸੀਂ ਜ਼ਮੀਨਾਂ ਵੇਚ ਕੇ ਠੀਕ ਹੈ ਜਾਵਾਂਗੇ ਤੇ ਪੰਜਾਬ ਨੇ ਪ੍ਰਵਾਸ ਕੀਤਾ, ਹੁਣ ਵੀ ਕਰੀ ਜਾਂਦਾ ਪੰਜਾਬ ਪ੍ਰਵਾਸ। ਔਰ ਇੱਕ ਚੱਲ ਪਈ ਭੇਡ ਚਾਲ, ਪਿੱਛੇ ਜੇ ਝਾਤ ਮਾਰਦੇ ਆ ਤੇ ਕੈਸਟ ਕਰਾਉਣ ਵਾਸਤੇ ਜ਼ਮੀਨਾਂ ਵੇਚੀਆਂ, ਕੈਸਟਾਂ ਚੱਲੀਆਂ ਨਹੀਂ, ਜ਼ਮੀਨ ਵੀ ਗਈ ਜੀ। ਕੋਈ ਬੰਦਾ ਸੀਗਾ ਉਹ ਲੱਡੂ ਵੰਡੀ ਜਾਂਦੇ ਸੀ ਤੇ ਇੱਕ ਹੱਥ ਕਰਕੇ ਕਹਿੰਦਾ ਦਹੀਂ, ਉਹਨੇ ਦੇਤਾ, ਉਹ ਪਿੱਛੇ ਕਰ ਲਿਆ, ਆਂਦਾ ਇੱਕ ਹੋਰ ਦਹੀਂ, ਅੱਗੋਂ ਮੁੱਕ ਗਏ, ਪਿੱਛੋਂ ਕੁੱਤਾ ਖਾ ਗਿਆ। ਦੋਨੋਂ ਹੱਥ ਕਰ ਲਈ। ਹਾਂ, ਉਹਨਾਂ ਲੋਕਾਂ ਨਾਲ ਇਸ ਤਰ੍ਹਾਂ ਵੀ ਹੋਈ ਜੀ। ਜ਼ਮੀਨ ਵੀ ਗਈ, ਗਾਇਕੀ ਵੀ ਨਹੀਂ। ਇਹ ਗਾਇਕੀ ਚੱਲਿਆ ਨਹੀਂ ਚੱਲਦੀ ਹੁੰਦੀ, ਇਹ ਤਾਂ ਕੋਈ ਵਰਦਾਨ, ਜਿਵੇਂ ਮੈਂ ਪਹਿਲਾਂ ਕਿਹਾ ਤੁਹਾਨੂੰ ਕੋਈ ਗੋਡ ਗਿਫਟਡ ਤੋਹਫਾ, ਰੱਬੀ ਦਾਤ, ਰੱਬੀ ਸਰੂਪ ਮਿਲਦਾ। ਉਹ ਬੰਦੇ ਆਏ। ਹੁਣ ਤੁਸੀਂ ਦੇਖੋ ਜੋਗੀ ਸਾਹਿਬ, ਗੀਤ ਦੀ ਉਮਰ ਕਿੰਨੀ ਹੈ ਜੀ? ਅੱਜ ਗੀਤ ਦੀ ਉਮਰ ਕੁਝ ਘੰਟੇ ਹੈ, ਕੁਝ ਘੰਟੇ ਜਿੰਨਾ ਚਿਰ ਟੀਵੀ ਤੇ ਚੱਲਦਾ ਬਸ। ਉਦੋਂ ਬਾਅਦ ਕੋਈ ਨਹੀਂ ਪੁੱਛਦਾ। ਪਰ ਉਹ ਫਨਕਾਰ ਜਿਨ੍ਹਾਂ ਨੂੰ ਅੱਜ ਵੀ ਜੀ ਯਾਦ ਕੀਤਾ ਜਾਂਦਾ ਹੈ, ਪਿੰਡ 'ਚ ਮੰਗਣਾ, ਵਿਆਹ, ਮਕਲਾਵਾ, ਕਿਤੇ ਹੁਣ ਵੀ ਭੋਗ ਪਾਠ ਜੀ, ਤਾਂ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਹੈ, ਨੀਜਾਂ ਲਾਲਾ ਵੇਂਦੀ ਦੁਨੀਆ ਸਾਰੀ ਹੈ। ਇਹਨੂੰ ਕਿਵੇਂ ਰੋਕ ਲਓਗੇ? ਸਖੀਆ ਨਾਮ ਸਾਈਂ ਦਾ ਬੋਲ, ਜੰਗਲ ਦੇ ਵਿੱਚ ਖੂਹਾ ਲਵਾ ਦੇ, ਉੱਤੇ ਪਵਾ ਦੇ ਡੋਲ ਜੀ। ਇਹਨੂੰ ਕੌਣ ਕਹਿੰਦਾ ਕਿ ਇਹਨੂੰ ਲਾਇਆ ਜਾਏ? ਇਹ ਇੱਕ ਅੰਦਰੋਂ ਆਵਾਜ਼ ਹੈ, ਇੱਕ ਸਾਡਾ ਇੱਕ ਬਿੰਬ ਹੈ, ਇੱਕ ਪ੍ਰਤੀਕ ਹੈ, ਇੱਕ ਚਿੰਨ੍ਹ ਹੈ, ਇੱਕ ਅੰਦਰ ਬੈਠੀ ਹੋਈ ਬਣੀ ਹੋਈ ਥਾਂ ਹੈ, ਉਹ ਹੀ ਲਾਉਂਦੀ ਹੈ। ਬਿਲਕੁਲ। ਦੇਖੋ ਮੈਂ ਨਿੱਕਾ ਹੁੰਦਾ ਨਾ ਇਹ ਗੀਤ ਬਹੁਤ ਗੁਣਗੁਣਾਉਂਦਾ ਹੁੰਦਾ ਸੀਗਾ, ਜੰਗਲ ਦੇ ਵਿੱਚ ਖੂਹਾ ਲਵਾ ਦੇ। ਉਦੋਂ ਭਾਵੇਂ ਮੈਨੂੰ ਇਹਦੇ ਅਰਥ ਨਹੀਂ ਸੀ ਪਤਾ, ਪਰ ਉਹ ਗੀਤ ਪਤਾ ਨਹੀਂ ਕਿਉਂ ਮੇਰੇ ਮਨ ਦੇ ਵਿੱਚ ਚੜ੍ਹ ਗਿਆ ਸੀਗਾ। ਔਰ ਕਿਉਂਕਿ ਚੰਗੇ ਗੀਤ ਜਿਹੜੇ ਆ ਉਹ ਅਕਸਰ ਸਾਡੇ ਅੰਦਰ ਲੈ ਜਾਂਦੇ ਆ, ਨਾ ਉਹ ਕਿਤੇ ਟੀਵੀ ਤੇ ਦੇਖਿਆ, ਨਾ ਕਿਤੇ ਉਹ ਰੇਡੀਓ ਤੇ ਮਾੜਾ ਜਿਹਾ ਕਿਤੇ ਚੱਲਦਾ ਸੁਣ ਲਿਆ ਤੇ ਉਹ ਗੀਤ ਮੇਰੇ ਦਿਲ ਦੇ ਵਿੱਚ ਲੈ ਗਿਆ। ਮੇਰੀ ਤਮੰਨਾ ਕਿ ਅੱਜ ਉਸੇ ਤਰ੍ਹਾਂ ਉਹ ਗੀਤ ਥੋੜ੍ਹੀ ਦੋ ਲਾਈਨਾਂ ਹੀ ਮੇਰੇ ਦਿਲ ਦੇ ਵਿੱਚ ਜਿਹੜਾ ਲੱਥਾ ਹੋਇਆ। ਜੰਗਲ ਦੇ ਵਿੱਚ ਖੂਹਾ ਲਵਾ ਦੇ, ਉੱਤੇ ਪਵਾ ਦੇ ਡੋਲ, ਸਖੀਆ ਨਾਮ ਸਾਈਂ ਦਾ ਹੀ ਬੋਲ, ਨਾਮ ਸਾਈਂ ਦਾ ਬੋਲ ਬਾਬਾ, ਨਾਮ ਸਾਈਂ ਦਾ ਹੀ ਬੋਲ, ਟੰਗੜੰਗੜੰਗ। ਠੀਕ ਨਾ, ਤੂੰ ਭਾਵੇਂ ਲੈ ਕੇ ਨਹੀਂ ਆਇਆ ਜੀ। ਤੋ ਇਹ ਅੰਤਰਾਤਮਾ ਦੀ ਆਵਾਜ਼, ਔਰ ਸੱਚਮੁੱਚ ਉਹ ਬੋਲ ਜਿਹੜੇ ਸਾਨੂੰ ਕੋਈ ਸੁਨੇਹਾ ਵੀ ਦਿੰਦੇ ਨੇ, ਸਾਡੇ ਨਾਲ ਤੁਰਦੇ ਨੇ, ਜ਼ਿੰਦਗੀ ਦਾ ਮਨੋਰਥ ਸਾਨੂੰ ਦੱਸਦੇ ਨੇ। ਔਰ ਸੱਚਮੁੱਚ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਗਾਇਕੀ ਆ ਉਹ ਇੰਨਾ ਕੁ ਰੂਪ ਵਟਾ ਗਈ ਹੈ। ਕੋਈ ਸਮਾਂ ਹੁੰਦਾ ਸੀ ਕਿ ਲੋਕ ਅੱਖਾਂ ਬੰਦ ਕਰਕੇ, ਕੰਨ ਖੋਲ੍ਹ ਕੇ ਸੁਣਿਆ ਕਰਦੇ ਸੀ। ਅੱਜ ਕੰਨ ਤੇ ਬੰਦ ਆ, ਅੱਖਾਂ ਖੁੱਲ੍ਹ ਗਈਆਂ। ਗੱਲ ਉੱਥੇ ਆ ਗਈ, ਪਹਿਲਾਂ ਸੀ ਸੁਣਨ ਵਾਲੀ ਸ਼ੈ, ਫਿਰ ਬਣੀ ਵੇਖਣ ਵਾਲੀ ਸ਼ੈ। ਕਿਸੇ ਵੇਲੇ ਲੋਕ ਆਪਦਾ ਮਨੋਰੰਜਨ ਕਰਨ ਵਾਸਤੇ ਗਰਮ ਗੀਤਾਂ ਨੂੰ, ਗਰਮ ਬੋਲਾਂ ਨੂੰ, ਜਿਨ੍ਹਾਂ ਨੂੰ ਅਸੀਂ ਅਸ਼ਲੀਲ ਵੀ ਕਹਿੰਦੇ ਹਾਂ ਜੀ, ਦੋ ਅਰਥੇ, ਉਹਨਾਂ ਨੂੰ ਬੰਬੀਆਂ ਤੇ ਵੀ ਸੁਣਦੇ ਸੀ ਜੀ, ਮੋਟਰਾਂ ਤੇ ਲਿਜਾ ਕੇ ਵੀ ਇਹ ਘਰੇ ਲਾਉਣ ਵਾਲਾ ਨਹੀਂ ਹੈਗਾ, ਇਹਨੂੰ ਬੰਬੀ ਤੇ ਹੀ ਮਾਣਿਆ ਜਾ ਸਕਦਾ ਜੀ। ਉਹ ਸਿਰਫ ਕੰਨਾਂ ਤੱਕ ਸੀਮਤ ਸੀ। ਫਿਰ ਜਦੋਂ ਹੌਲੀ ਹੌਲੀ ਸਹਿਜੇ ਸਾਡੇ ਕੋਲੇ ਸਾਰੇ ਸਾਧਨ ਆਏ ਆ, ਫਿਰ ਵੀਡੀਓ ਬਣਨੀਆਂ ਸ਼ੁਰੂ ਹੋਈਆਂ ਜੀ। ਤੇ ਇੱਕ ਫਿਲਮ ਦੇ ਉੱਤੇ ਜਿੰਨਾ ਪ੍ਰੋਜੈਕਟ ਹੁੰਦਾ ਸੀ ਬਲੈਕ ਐਂਡ ਵਾਈਟ ਤੇ ਜੀ, ਉਹ ਇੱਕ ਪੂਰਾ ਵੀਡੀਓ ਦੇ ਉੱਤੇ ਪ੍ਰੋਜੈਕਟ ਹੋਣ ਲੱਗ ਗਿਆ। ਉਹਨੇ ਪੈਸੇ ਇੱਕ ਵੀਡੀਓ, ਇਹ ਸਮਾਂ ਵੀ ਆਇਆ ਜੀ। ਔਰ ਉਹ ਫਿਰ ਮੁੜ ਕੇ ਵੇਖਣ ਵਾਲੇ ਪਾਸੇ ਤੁਰ ਪਏ ਅਸੀਂ। ਫਿਰ ਜਦੋਂ ਅਸੀਂ ਵੇਖਣ ਤੇ ਸੁਣਨ, ਜਿਵੇਂ ਫਾਰ ਐਗਜ਼ਾਮਪਲ ਜਦੋਂ ਖਾੜਾ ਲੱਗਦਾ ਸੀ, ਕਿੰਨੇ ਹੀ ਲੋਕ ਖਾੜਾ ਸੁਣਨ ਜਾਂਦੇ ਸੀ ਜੀ। ਔਰ ਕੋਠਿਆਂ ਤੇ ਬਹਿ ਕੇ, ਈਵਨ ਕਿ ਜੇ ਨਾ ਥਾਂ ਮਿਲਣੀ, ਰੂੜੀਆਂ ਤੇ ਖੜ ਜਾਣਾ ਜੀ, ਟਰੈਕਟਰਾਂ ਟਰਾਲੀਆਂ ਦੇ ਉੱਤੇ ਲੋਕ ਲੱਦੇ ਹੁੰਦੇ ਸੀ ਜੀ। ਔਰ ਹੈਰਾਨ ਕਿ ਉਹ ਨਾਲ ਤਾਂ ਉਹਨੂੰ ਦੇਖਦੇ ਸੀ ਆਪਦੇ ਗਾਇਕ ਨੂੰ, ਤੇ ਨਾਲ ਉਹਨੂੰ ਸੁਣਦੇ ਸੀ, ਮਨੋਰੰਜਨ ਕਰਦੇ ਸੀ ਜੀ। ਫਿਰ ਜਦੋਂ ਅਖਾੜੇ ਬੰਦ ਹੋਏ, ਸਮਾਂ ਬਦਲਿਆ, ਯੁੱਗ ਤਬਦੀਲ ਹੋਇਆ, ਤਾਂ ਉਦੋਂ ਵੀਡੀਓ ਆਈ। ਵੀਡੀਓ ਨੇ ਫਿਰ ਨੰਗੀਆਂ ਕੁੜੀਆਂ ਦੀਆਂ ਤਸਵੀਰਾਂ ਤੇ ਉਹਦੇ ਜਿਹੜੇ ਸੀਗੇ ਸ਼ਾਰਟਸ ਆਏ, ਉਹਨੇ ਸਾਡੇ ਮਨ ਨੂੰ ਉਪਰਾਮਤਾ ਦਿੱਤੀ ਹੈ ਜੀ। ਉਹਨੇ ਸਾਨੂੰ, ਸਾਡੀਆਂ ਅੱਖਾਂ ਨੂੰ ਵੀ ਇੱਕ ਝੌਲਾ ਪਾਇਆ, ਇੱਕ ਅੱਖਾਂ ਨੂੰ ਤੁਸੀਂ ਜੇ ਮੈਂ ਸਾਫ਼ ਸ਼ਬਦਾਂ 'ਚ ਕਹਾਂ ਧੋਖਾ ਦਿੱਤਾ, ਭਟਕਾ ਦਿੱਤਾ। ਉਦੋਂ ਫਿਰ ਜਦੋਂ ਫਿਰ ਹੁਣ ਸਾਡੇ ਕੋਲ ਸਾਰਾ ਕੁਛ ਹੀ ਆ ਗਿਆ, ਮੋਬਾਈਲ ਵਗੈਰਾ, ਸੈਮਸੰਗ ਤੇ ਹੋਰ ਕੰਪਨੀਆਂ ਦੇ, ਪਤਾ ਨਹੀਂ ਕੀ ਕੰਪਨੀਆਂ, ਮੈਨੂੰ ਨਹੀਂ ਬਹੁਤਾ
ਉਹਦੇ ਵਿੱਚ ਅਸੀਂ ਵੇਖੀ ਜਾਂਦੇ ਆ। ਬਿਲਕੁਲ ਬਿਲਕੁਲ ਠੀਕ ਹੈ ਨਾ। ਹੁਣ ਅਸੀਂ ਹੁਣ ਮਾਣਦੇ ਨਹੀਂ ਏ ਜੀ, ਦੇਖਦੇ ਹਾਂ ਸਿਰਫ, ਹੁਣ ਸਿਰਫ ਦੇਖਦੇ। ਬਿਲਕੁਲ ਜੀ। ਔਰ ਅੱਜ ਦੀ ਜਿਹੜੀ ਗਾਇਕੀ ਹੈ ਉਹ ਮੰਨਣ ਵਾਲੀ ਘੱਟ ਰਹਿ ਗਈ ਆ, ਵੇਖਣ ਵਾਲੀ ਜ਼ਿਆਦਾ ਰਹਿ ਗਈ ਹੈ। ਕਿਉਂਕਿ ਕੋਈ ਸਮਾਂ ਹੁੰਦਾ ਸੀ ਕਿ ਜਦੋਂ ਉਹ ਆਪਣੀ ਗੱਲ ਕਰਦੇ ਸੀ, ਸਾਡੇ ਦਿਲਾਂ ਦੀ ਗੱਲ ਕਰਦੇ ਸੀ, ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕਰਦੇ ਸੀ, ਸੱਚਮੁੱਚ ਰੂਹਾਂ ਦੇ ਅੰਦਰ ਲੈ ਜਾਂਦੇ ਸੀ ਗੀਤ। ਪਰ ਅਜੋਕੇ ਸਮੇਂ ਦਾ ਵਰਤਾਰਾ ਜਿਹੜਾ ਸਾਡੇ ਮਨਾਂ ਦੇ ਵਿੱਚ ਖਲਲ ਪੈਦਾ ਕਰ ਰਿਹਾ, ਸਾਨੂੰ ਉਪਰਾਮ ਕਰ ਰਿਹਾ, ਭਟਕਣਾ ਦੇ ਰਿਹਾ, ਉਹਨਾਂ ਤੋਂ ਦੂਰ ਲਿਜਾਂਦੇ ਹੋਏ ਇੱਕ ਗੀਤ ਅਸੀਂ ਆਪਣੇ ਦਰਸ਼ਕਾਂ ਦੇ ਵਾਸਤੇ ਲੈ ਕੇ ਆਉਨੇ। ਉਸ ਤੋਂ ਬਾਅਦ ਗੱਲਾਂ ਤੇ ਗੀਤ ਜਾਰੀ ਰੱਖਾਂਗੇ। ਪੰਜਾਬੀਏ ਜ਼ਬਾਨੀ ਨੀ ਰਕਾਨੇ ਮੇਰੇ ਦੇਸ ਦੀਏ, ਪੰਜਾਬੀਏ ਜ਼ਬਾਨੀ ਨੀ ਰਕਾਨੇ ਮੇਰੇ ਦੇਸ ਦੀ, ਫਿੱਕੀ ਪੈ ਗਈ ਚਿਹਰੇ ਦੀ ਨੁਹਾਰਨੀ, ਮੇਡੀਆਂ ਖਿਲਾਰੀ ਫਿਰੇ ਨੀ ਬੁੱਲੇ ਦੀਏ ਕਾਫੀਏ, ਕੀਨੇ ਤੇਰਾ ਲਾ ਲਿਆ ਸ਼ਿੰਗਾਰਨੀ, ਪੰਜਾਬੀਏ ਜ਼ਬਾਨ ਨੀ ਰਕਾਨੇ ਮੇਰੇ ਦੇਸ ਦੀਏ। ਤੂੰ ਗੋਰਖ ਦੀ ਗੁੜਤੀ ਲੈ ਕੇ ਨਾ ਥੱਟ ਲੈ ਜਾਈ, ਤੂੰ ਗੋਰਖ ਦੀ ਗੁੜਤੀ ਲੈ ਕੇ ਨਾ ਥੱਟ ਲੈ ਜਾਈ, ਤੂੰ ਬਾਬੇ ਦੀ ਬਾਣੀ ਬਣ ਕੇ ਗੁਰੂਆਂ ਦੇ ਘਰ ਆਈ, ਸੰਗਤਾਂ ਨੇ ਲਾਡ ਤੇ ਪਿਆਰ ਦਿੱਤਾ ਐਸਾ ਤੈਨੂੰ, ਸੰਗਤਾਂ ਨੇ ਲਾਡ ਤੇ ਪਿਆਰ ਦਿੱਤਾ ਐਸਾ ਤੈਨੂੰ, ਦਿਨਾਂ ਵਿੱਚ ਹੋ ਗਈ ਮੁਟਿਆਰਨੀ, ਪੰਜਾਬੀਏ ਜ਼ਬਾਨ ਨੀ ਰਕਾਨੇ ਮੇਰੇ ਦੇਸ ਦੀਏ। ਸੂਫੀ ਸੰਤ ਫਕੀਰਾਂ ਤੈਨੂੰ ਦਿੱਤੀ ਕੁੰਡ ਚੁਕਾਈ, ਸੂਫੀ ਸੰਤ ਫਕੀਰਾਂ ਤੈਨੂੰ ਦਿੱਤੀ ਕੁੰਡ ਚੁਕਾਈ, ਹਰ ਪੰਜਾਬੀ ਦੀ ਮਾਂ ਬਣ ਕੇ ਘਰ ਘਰ ਕਦਰ ਪਵਾਈ, ਟੋਲੇ ਮਾਈਏ ਟੱਪੇ ਤੇਰੇ ਰੂਪ ਦਾ ਸ਼ਿੰਗਾਰ ਬਣੇ, ਟੋਲੇ ਮਾਈਏ ਟੱਪੇ ਤੇਰੇ ਰੂਪ ਦਾ ਸ਼ਿੰਗਾਰ ਬਣੇ, ਕਾਫੀਆਂ ਸਵਈਏ ਤੇਰਾ ਪਿਆਰ ਨੀ, ਪੰਜਾਬੀਏ ਜ਼ਬਾਨ ਨੀ ਰਕਾਨੇ ਮੇਰੇ ਦੇਸ ਦੀਏ। ਵਾਰਸ ਬੁੱਲੇ ਸ਼ਾਹ ਹੁਸੈਨ ਜੈ ਹਾਸ਼ਮ ਕਾਦਰੀਆਣਾ, ਵਾਰਸ ਬੁੱਲੇ ਸ਼ਾਹ ਹੁਸੈਨ ਜੈ ਹਾਸ਼ਮ ਕਾਦਰੀਆਣਾ, ਘਰ ਘਰ ਵਿੱਚ ਤੈਨੂੰ ਅਦਬ ਬਖਸ਼ਿਆ ਸ਼ਾਇਰਾਂ ਤੇ ਫਨਕਾਰਾਂ, ਸੰਨ 47 ਵਿੱਚ ਹੋਇਆ ਅਦਰੰਗ ਤੈਨੂੰ, ਸੰਨ 47 ਵਿੱਚ ਹੋਇਆ ਅਦਰੰਗ ਤੈਨੂੰ, ਫੇਰ ਨਾ ਤੂੰ ਹੋਈ ਪੱਬਾਂ ਪਾਰਨੀ, ਪੰਜਾਬੀਏ ਜ਼ਬਾਨ ਨੀ ਰਕਾਨੇ ਮੇਰੇ ਦੇਸ ਦੀ। ਗੱਲਾਂ ਅਸੀਂ ਕਰ ਰਹੇ ਹਾਂ ਜੀ ਗੱਲਾਂ ਤੇ ਗੀਤ ਵਿੱਚ ਪੰਜਾਬੀ ਗਾਇਕੀ ਦੀਆਂ। ਪੰਜਾਬੀ ਗਾਇਕੀ ਦਾ ਮੂੰਹ ਮੁਹਾਂਦਰਾ ਜਿਹੜਾ ਉਹ ਬਦਲ ਗਿਆ, ਔਰ ਇਸ ਬਦਲੇ ਹੋਏ ਯੁੱਗ ਦੇ ਵਿੱਚ ਵੀ ਸਾਨੂੰ ਬਹੁਤ ਸਾਰੀਆਂ ਆਸ ਦੀਆਂ, ਉਮੀਦ ਦੀਆਂ ਕਿਰਨਾਂ ਜਿਹੜੀਆਂ ਹਾਲੇ ਵੀ ਜਗਮਗਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ, ਔਰ ਨਾਲੇ ਆਸ ਦਾ ਪੱਲਾ ਛੱਡਣਾ ਵੀ ਨਹੀਂ ਚਾਹੀਦਾ। ਬਿਲਕੁਲ। ਔਰ ਜੇਕਰ ਗੱਲ ਕਰੀਏ ਇਹ ਸਾਡੇ ਮਨੋਰੰਜਨ ਦੇ ਸਾਧਨ, ਕਦੇ ਹੁੰਦਾ ਸੀ ਕਿ ਥੱਕਿਆਂ ਹਾਰੇ ਨੇ ਆਉਣਾ, ਮਨੋਰੰਜਨ ਦਾ ਕੀ ਸਾਧਨ ਹੋਣਾ, ਬਸ ਕਦੇ ਘੁਲ ਲਿਆ, ਕਦੇ ਕਬੱਡੀ ਖੇਡ ਲਈ ਜਾਂ ਸ਼ੁਗਲ ਮੇਲਾ ਆਪਸ ਵਿੱਚ ਬੈਠ ਕੇ ਕਰ ਲਿਆ, ਫਿਰ ਰੇਡੀਓ ਆ ਗਏ, ਫਿਰ TV ਆ ਗਏ, ਗਾਉਣ ਵਾਲਿਆਂ ਦੇ ਨਾਲ ਮੁਹੱਬਤਾਂ ਹੋਣ ਲੱਗ ਪਈਆਂ ਲੋਕਾਂ ਦੀਆਂ। ਅਤੇ ਗੀਤ
ਮੈਂ ਅਕਸਰ ਇਹ ਗੱਲ ਕਰਦਾ ਹੁੰਨਾ ਜਦੋਂ ਵੀ ਕੋਈ ਗਾਇਕੀ ਦੇ ਨਾਲ ਗੀਤਕਾਰੀ ਦੇ ਨਾਲ ਸੰਬੰਧਿਤ ਕੋਈ ਸ਼ਖਸੀਅਤ ਆਉਂਦੀ ਹੈ ਕਿ ਸਿਰਫ ਨਿਰਾ ਪੂਰਾ ਇਹ ਮਨੋਰੰਜਨ ਦਾ ਹੀ ਸਾਧਨ ਰਹਿ ਗਿਆ ਕਿ ਗੀਤ ਹੀ ਮਨੋਰੰਜਨ ਆ? ਨਹੀਂ, ਪਤਾ ਕੀ ਹੈ, ਗੀਤ ਉਹ ਹੈ ਜੋ ਤੁਹਾਨੂੰ ਤੁਹਾਡੇ ਜੀਵਨ ਤੇ ਅਸਰ ਕਰੇ, ਤੁਹਾਨੂੰ ਸਿੱਖਿਆ ਵੀ ਦੇਵੇ ਜੀ। ਹੁਣ ਜਿਹੜੇ ਬੰਦੇ ਸਿੱਖਿਆਦਾਇਕ ਗੀਤ ਗਾਉਂਦੇ ਰਹੇ ਆ, ਉਹਨਾਂ ਗੀਤਾਂ ਨੂੰ ਉਹਨਾਂ ਨੇ ਲੋਕਾਂ ਨੇ ਅਮਲ 'ਚ ਵੀ ਲਿਆਂਦਾ ਸੀ ਜੀ, ਲੋਕਾਂ ਨੇ ਢਾ ਲਿਆ ਸੀ ਜ਼ਿੰਦਗੀ ਦੇ ਵਿੱਚ ਜੀ। ਤਾਂ ਉਹਨਾਂ ਬੰਦਿਆਂ ਨੂੰ ਵੀ ਕੁਝ ਸੰਤੁਸ਼ਟੀ ਹੋਈ ਵੀ ਸਾਡੇ ਗੀਤਾਂ ਨੇ ਲੋਕਾਂ ਨੂੰ ਸ਼ੀਸ਼ਾ ਵਿਖਾਇਆ। ਸ਼ੀਸ਼ਾ ਦਰਪਣ ਹੈ ਜੀ। ਕਲਾ ਜਿਹੜੀ ਹੈ ਜ਼ਿੰਦਗੀ, ਕਲਾ ਇੱਕ ਸ਼ੀਸ਼ਾ ਹੈ। ਠੀਕ ਹੈ ਨਾ ਜੀ। ਮੈਨੂੰ ਯਾਦ ਆਉਂਦਾ ਗੀਤ ਦੇ ਵਿੱਚ ਅੰਤਰਾ ਸੀ, ਸਖੀਆ ਨਾਮ ਸਾਈਂ ਦਾ ਬੋਲ 'ਚ, ਛੱਡ ਦੇ ਚੋਰੀ ਯਾਰੀ ਠੱਗੀ ਦਗਾ ਫਰੇਬ ਕਮਾਉਣਾ, ਇਹ ਇਨਸਾਨੀ ਜਾਮਾ ਤੇਰੇ ਮੁੜ ਕੇ ਹੱਥ ਨਹੀਂ ਆਉਣਾ। ਵਾਹ, ਕੈਸੀ ਗੱਲ ਹੈ। ਨਹੀਂ ਮਿਲਨੇ ਤੈਨੂੰ ਪਲੰਗ ਨਵਾਰੀ ਬਿਸਤਰ ਹੋਣੇ ਗੋਲ ਸਖੀਆ, ਨਾਮ ਸਾਈਂ ਨੇ ਬੋਲ। 4 ਵਜੇ ਸਵੇਰ ਦੇ 2 ਚੋਰ ਸਮਾਨ ਲੁੱਟ ਕੇ ਪਿੰਡ ਚੋਂ ਚੋਰੀਆਂ ਕਰਕੇ ਤੇ ਗਧੀਆਂ ਦੇ ਉੱਤੇ ਲੱਦ ਕੇ ਲੈ ਕੇ ਜਾ ਰਹੇ। ਆਹਾ। ਤੇ ਜਦੋਂ ਇਹ ਆਇਆ ਨਾ, ਛੱਡ ਦੇ ਚੋਰੀ ਯਾਰੀ ਠੱਗੀ ਦਗਾ ਫਰੇਬ ਕਮਾਉਣਾ, ਆਹਾ, ਉਹ ਦੂਜਾ ਆਂਦਾ ਕਹਿੰਦਾ ਯਾਰ ਨਾਲ ਦਾ ਵੀ ਆਪਣੀ ਸਾਰੀ ਉਮਰ ਹੀ ਐ ਲੰਘ ਜੂ ਚੋਰੀਆਂ ਕਰਦਿਆਂ ਦੀ। ਉਹ ਕਹਿੰਦਾ ਹੁਣ ਤਾਂ ਲੰਘ ਗਈ, ਕਹਿੰਦਾ ਹੁਣ ਤਾਂ ਛੱਡ ਦਈਏ, ਕਹਿੰਦਾ ਮੈਂ ਵੀ ਛੱਡਦਾ, ਉਹ ਕਹਿੰਦਾ ਮੈਂ ਵੀ ਛੱਡਦਾ। ਉਹਨਾਂ ਨੇ ਗਧੀਆਂ ਮੋੜੀਆਂ ਵਾਪਸ, ਸਮਾਨ ਪਿੰਡ ਦੇ ਬਾਹਰ ਹੀ ਲਾ ਆਏ ਘਰਾਂ ਦੇ, ਤੇ ਬਾਅਦ ਵਿੱਚ ਲੱਭਿਆ ਉਹਨਾਂ ਨੇ ਵੀ ਕੌਣ ਗਾਉਂਦਾ ਸੀ। ਅੱਛਾ। ਫਾਜ਼ਿਲਕਾ ਵੱਲ ਦੇ ਸੀ ਉਹ। ਲੱਭਦੇ ਲੱਭਦੇ ਉਹ ਉਸਤਾਦ ਕੋਲੇ ਗਏ, ਕਹਿੰਦੇ ਤੇਰੇ ਗੀਤ ਨੇ ਸਾਨੂੰ ਚੋਰਾਂ ਤੋਂ ਸਾਧ ਬਣਾਇਆ ਹੈ। ਕਿਆ ਬਾਤ ਹੈ, ਕਿਆ ਬਾਤ। ਹੁਣ ਅਸੀਂ ਸਾਧੂ ਐ। ਦੇਖੋ ਇਹਨੂੰ ਕਹਿੰਦੇ ਗੀਤ। ਇਹ ਸੱਚਮੁੱਚ ਅਸਲ ਵਿੱਚ ਇਹ ਮੇਰੇ ਸਵਾਲ ਦਾ ਅਸਲ ਜਵਾਬ ਵੀ ਅੱਜ ਮਿਲਿਆ ਕਿ ਯੁੱਗ ਪਲਟਾਉਂਦੇ ਨੇ ਗੀਤ, ਕਿਉਂਕਿ ਗੀਤ ਉਦੋਂ ਵੀ ਲਿਖੇ ਗਏ ਸੀ ਆਜ਼ਾਦੀ ਤੋਂ ਪਹਿਲਾਂ ਵੀ, ਆਜ਼ਾਦੀ ਦੇ ਪਰਵਾਨਿਆਂ ਨੇ ਵੀ ਗੀਤ ਗਾਏ, ਉਹਨਾਂ ਨੇ ਯੁੱਗ ਪਲਟਾਓ ਗੀਤ। ਔਰ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਗੀਤ ਆ, ਦੇਖੋ ਜੇਕਰ ਕੋਈ ਮਹਿਲਾ ਗਾਇਕਾ ਜੇਕਰ ਉਹ ਗਾਉਂਦੀ ਆ, ਉਹ ਵੀ ਉਸੇ ਤਰ੍ਹਾਂ ਦੀਆਂ ਹੀ ਤਾਨੇ ਮਿਹਣੇ ਵਾਲੀਆਂ ਗੱਲਾਂ, ਚੱਕ ਦੋ ਮਾਰ ਦੋ। ਅੱਜ ਸਾਨੂੰ ਕੁੜੀਆਂ ਤੋਂ ਵੀ ਇਹ ਉਮੀਦਾਂ ਨਹੀਂ ਸੀਗੀਆਂ। ਜੇਕਰ ਮੁੰਡੇ ਗੀਤ ਗਾਉਂਦੇ ਨੇ, ਉਹ ਵੀ ਇਸੇ ਤਰ੍ਹਾਂ ਦੇ ਗੀਤ ਗਾਉਂਦੇ ਨੇ। ਬਸ ਕੀ ਸਿਰਫ ਹਿੰਸਾ, ਕੀ ਸਿਰਫ ਇੱਕ ਦੂਸਰੇ ਨੂੰ ਮਿਹਣੋ ਮਿਹਣੀ ਹੋਣਾ ਹੀ ਇਹੀ ਗੀਤਾਂ ਦੇ ਵਿਸ਼ੇ ਰਹਿ ਗਏ? ਮਨਾਂ 'ਚ ਵਿਗਾੜ ਪੈਦਾ ਹੁੰਦਾ ਨਾ, ਤਾਂ ਉਦੋਂ ਕਲਾ 'ਚ ਵੀ ਵਿਗਾੜ ਆਉਂਦਾ। ਕੋਈ ਸਮਾਂ ਆਇਆ ਜਦੋਂ ਸਾਡੇ ਕਿੰਨੇ ਧਾਰਮਿਕ ਨਾਵਾਂ ਤੇ ਫਿਲਮਾਂ ਬਣੀਆਂ। ਜੀ। ਠੀਕ ਹੈ ਜੀ। ਉਦੋਂ ਬਾਅਦ ਫਿਰ ਸਮਾਂ ਆਇਆ ਕਿ ਅਸੀਂ ਸਿਰਫ ਜੱਟ ਦੇ ਉੱਤੇ ਕੇਂਦਰਿਤ ਕਰਕੇ ਫਿਲਮਾਂ ਬਣਾਉਣੀਆਂ ਸ਼ੁਰੂ ਕਰਤੀਆਂ। ਜਿਹੜੀ ਫਿਲਮ 'ਚ ਦਾ ਟਾਈਟਲ ਜੱਟ ਨਾਲ ਨਹੀਂ ਸੰਬੰਧਿਤ, ਉਹ ਫਿਲਮ ਹੀ ਨਹੀਂ ਚੱਲਦੀ ਸੀ। ਬਿਲਕੁਲ। ਮਤਲਬ ਫਿਰ ਹੁਣ ਕੀ ਚੇਂਜ ਹੋਇਆ, ਫਿਰ ਪ੍ਰਵਾਸ ਤੇ ਬਣਨ ਲੱਗ ਗਈਆਂ। ਜਦੋਂ ਅਸੀਂ ਪ੍ਰਵਾਸੀ ਹੋ ਗਏ, ਜਹਾਜ਼ ਭਰ ਭਰ ਕੇ ਛੱਡ ਕੇ ਪੰਜਾਬ ਨੂੰ ਤੇ ਭੱਜਣਾ ਸ਼ੁਰੂ ਕੀਤਾ। ਠੀਕ ਹੈ। ਹੁਣ ਹਾਲਾਤ ਇਹ ਬਣੇ ਹੋਏ ਆ ਇਸ ਵੇਲੇ, ਜਦੋਂ ਕਲਾ ਦੇ ਵਿੱਚ ਜਵਾਰ ਭਾਟਾ ਆਉਂਦਾ, ਉਥਲ ਪੁਥਲ ਹੁੰਦੀ ਹੈ ਸਮੁੰਦਰ 'ਚ। ਕਲਾ ਵੀ ਸਮੁੰਦਰ ਹੈ, ਇਹਦੇ ਵਿੱਚ ਇਹ ਬਹੁਤ ਡੂੰਘਾ ਤੇ ਗਹਿਰਾ ਗੰਭੀਰ ਸਮੁੰਦਰ ਹੈ। ਤੁਸੀਂ ਸਾਡੇ ਸਾਹਿਤ ਦੀ ਗੱਲ ਕਰੋ ਤਾਂ ਵਿਲੱਖਣਤਾ ਹੀ ਹੈ ਜੀ। ਸਾਡੇ ਸਾਹਿਤ 'ਚ ਕਿੰਨਾ ਕੁਛ ਹੈ। ਅੱਜ ਅਸੀਂ ਪੜ੍ਹਨਾ ਨਹੀਂ ਚਾਹੁੰਦੇ, ਥੱਲਣਾ ਚਾਹੁੰਦੇ ਹਾਂ। ਬਿਲਕੁਲ। ਅਸੀਂ ਇਹਦੇ ਤੇ ਫੋਨ ਦੇ ਉੱਤੇ ਵੀ ਜੇ ਕੋਈ ਲੰਮੀ ਪੋਸਟ ਪਾਈ ਹੁੰਦੀ ਆ, ਉਹਨੂੰ ਅੱਗੇ ਕਰ ਦਿੰਦੇ। ਅਸੀਂ ਅੱਖ ਝਲਕਣ ਦੇ ਵਾਂਗ ਜਿਹੜੀ ਹੈ ਉੱਥੇ ਆ ਕੇ ਖੜ ਗਏ ਆ। ਅੱਖ ਦੀ ਝਲਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਨਾ ਜਿਹੜੀ ਹੈ ਝਪਕਣ ਵਾਂਗ ਹੋ ਗਈ ਹੈ। ਅਸੀਂ ਕਹਿੰਦੇ ਵਿਸਥਾਰ ਨਹੀਂ, ਸੰਖੇਪ, ਬਹੁਤ ਸ਼ਾਰਟ। ਤੇ ਐਵੇਂ ਜਿਹੜਾ ਕਲਾ ਦੇ ਵਿੱਚ ਆਇਆ, ਜਦੋਂ ਤੁਸੀਂ ਪਹਿਲਾਂ ਫਿਲਮਾਂ ਦੇ ਵਿੱਚ ਦੇਖਦੇ ਹੁੰਦੇ ਸੀ ਆਪਾਂ, ਵਿੱਚ ਜਦੋਂ ਕਿਤੇ ਹਾਸੇ ਦਾ ਪਾਉਣਾ ਹੁੰਦਾ, ਮੇਹਰ ਮਿੱਤਲ ਦਾ ਜਾਂ ਹੋਰ ਕਮੇਡੀ, ਹਨਾ ਜੀ, ਤੇ ਉਦੋਂ ਬਾਅਦ ਉਹ ਫੇਰ ਸਮੂਥਲੀ ਚੱਲੀ ਜਾਂਦੀ ਸੀ। ਫਿਰ ਵੇਟ ਕਰਦੇ ਹੁੰਦੇ ਸੀ ਵੀ ਹੁਣ ਹਾਸੇ ਵਾਲੀ ਕੋਈ ਗੱਲ ਆਵੇ ਜੀ। ਮੁੜ ਕੇ ਫਿਰ ਸਕਿੱਟਾਂ ਬਿਲਕੁਲ ਆਈਆਂ। ਦੂਰਦਰਸ਼ਨ ਨੇ ਬਹੁਤ ਵਿਕਾਸ ਕੀਤਾ ਸਕਿੱਟਾਂ ਦੇ ਵਿੱਚ ਜੀ। ਲੋਕਾਂ ਨੂੰ ਹਸਾਉਣ 'ਚ, ਖਿਡਾਉਣ 'ਚ ਬੜਾ ਵੱਡਾ ਦੇਣ ਹੈ ਦੂਰਦਰਸ਼ਨ ਦੀ ਜੀ। ਔਰ ਜਦੋਂ ਵੇਖਿਆ ਮਨੁੱਖ ਨੇ ਕਿ ਹੁਣ ਕਲਾ ਦੇ ਵਿੱਚ ਪੈਸੇ ਬਣਨ ਲੱਗ ਗਏ, ਹੁਣ ਇਹ ਵਪਾਰ ਬਣ ਗਿਆ। ਕਲਾ ਦੀ ਆਬਰੂ ਨਿਲਾਮ ਕਿਉਂ ਨਾ ਹੋਵੇ, ਵਪਾਰ ਕਰਨ ਵਾਲੇ ਜਦ ਫਨਕਾਰ ਹੋ ਗਏ ਨੇ। ਪ੍ਰੋਫੈਸਰ ਰਾਜੇਸ਼ ਮੋਹਨ ਨੇ ਬੜਾ ਸੋਹਣਾ ਲਿਖਿਆ ਸੀ। ਕੁਝ ਸ਼ੇਰ ਮੇਰੀ ਸੋਚ ਦਾ ਸਵਾਰ ਹੋ। ਔਰ ਮੈਂ ਹੈਰਾਨ ਹੁੰਦਾ ਜਦੋਂ ਬਿਜ਼ਨਸ ਬਣਿਆ
ਜੀ, ਵੱਡੀਆਂ ਵੱਡੀਆਂ ਇੰਡਸਟਰੀਆਂ, ਸੰਗੀਤ ਨਾਲ ਸੰਬੰਧਿਤ ਜੀ, ਕੰਪਨੀਆਂ ਦਾ ਯੁੱਗ ਆ ਗਿਆ। ਜੀ। ਫਿਰ ਕੰਪਿਊਟਰ ਨੇ ਕਿਹਾ ਵੀ ਮੈਂ ਸੰਗੀਤ ਬਣਾਉਣਾ। ਪਹਿਲਾਂ ਬੰਦਾ ਬਣਾਉਂਦਾ ਸੀ, ਪਹਿਲਾਂ ਬੰਦਾ ਬਣਾਉਂਦਾ ਸੀ। ਠੀਕ ਹੈ, ਠੀਕ। ਬੰਦਾ ਧੁਨਾਂ ਕੱਢਦਾ ਸੀ, ਰਿਆਜ਼ ਕਰਦਾ ਸੀ, ਗੀਤਕਾਰ ਤੇ ਗਾਇਕ ਬੈਠਦੇ ਸੀ ਇਕੱਠੇ, ਉਹ ਬੈਠ ਕੇ ਤਿੰਨਾਂ ਦੀ ਇੱਕ ਸੁਰ ਮਿਲਦੀ ਸੀ, ਤਰਵੈਣੀ ਸੰਗੀਤ ਦੀ। ਜੀ। ਫਿਰ ਉਹ ਬੰਦਾ ਜਦੋਂ ਕੱਲਾ ਰਹਿ ਗਿਆ, ਉਹ ਕੰਪਿਊਟਰ ਤੇ ਬੈਠਾ ਬਣਾ ਰਿਹਾ, ਹੁਣ ਆਵਾਜ਼ ਭਰ ਕੇ ਆ ਜਾਂਦਾ ਗਾਉਣ ਵਾਲਾ, ਬਾਅਦ ਚ ਮਿਊਜ਼ਿਕ ਵਾਲਾ ਮਿਊਜ਼ਿਕ ਭਰ ਦਿੰਦਾ, ਫਿਰ ਉਹਨੂੰ ਸੋਧਣ ਵਾਲਾ ਸੋਧ ਦਿੰਦਾ, ਕਰੈਕਸ਼ਨ ਵਾਲਾ ਕਰੈਕਸ਼ਨਾਂ ਕਰਦਾ ਰਹਿ ਜਾਂਦਾ, ਫਿਰ ਉਹ ਗੀਤ ਆ ਜਾਂਦਾ। ਉਹਨੂੰ ਫਿਰ ਮੁੜ ਕੇ ਵੇਂਦੇ ਲਾਈਕ ਕਿੰਨੇ ਆਏ, ਇਹਦੇ ਕਮੈਂਟ ਕਿੰਨੇ ਆਏ, ਇਹਨੂੰ ਸ਼ੇਅਰ ਕਰੋ ਜੀ, ਵੱਧ ਤੋਂ ਵੱਧ ਫਲਾਨਾ ਸਬਸਕ੍ਰਾਈਬ ਕਰੋ, ਕਰਦੇ ਨਾ। ਹਾਂ, ਬਿਲਕੁਲ ਬਿਲਕੁਲ ਹੁੰਦਾ ਹੈ। ਇਹ ਤਾਂ ਚਿਤਵਿਆ ਵੀ ਨਹੀਂ ਸੀ ਉਹਨਾਂ ਨੇ ਵੀ ਇਹ ਯੁੱਗ ਵੀ ਆਊਗਾ। ਜੀ 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 ਜੀ। ਦੇਖੋ ਇਹਦੇ ਚ ਕੱਢਣ ਪਾਉਣ ਨੂੰ ਮੈਨੂੰ ਲੱਗਦਾ ਕੁਛ ਵੀ ਨਹੀਂ ਹੈ। ਇਸੇ ਕਰਕੇ ਇਸ ਦੌੜ ਦੇ ਵਿੱਚ ਅੱਜ ਸਾਡੀ ਦੌੜ ਹੋਰ ਕਿਸੇ ਕਿਸਮ ਦੀ ਹੋ ਗਈ ਹੈ। ਤੁਹਾਨੂੰ ਕੀ ਲੱਗਦਾ ਕਿ ਜਿਹੜੇ ਅਜੋਕੇ ਸਮੇਂ ਦੇ ਗਾਇਕ ਆ, ਜਿਹੜੀ ਗਾਇਕੀ ਇਸ ਵੇਲੇ ਆਪਣੀ ਸ਼ਕਲ ਸੂਰਤ ਸੀਰਤ ਲਈ ਫਿਰਦੀ ਹੈ, ਕਿ ਇਹ ਗਾਇਕੀ ਲੋਕ ਗਾਇਕੀ ਦਾ ਰੂਪ ਅਖਤਿਆਰ ਕਰ ਸਕਦੀ ਹੈ? ਕਿ ਇਹ ਗਾਇਕ ਲੋਕ ਗਾਇਕ ਕਦੇ ਬਣ ਸਕਦੇ ਆ ਜਿਨ੍ਹਾਂ ਦਾ ਗੀਤ ਅੱਜ ਕਿਸੇ ਚੈਨਲ ਤੋਂ ਉਤਰ ਜਾਂਦਾ ਹੈ, ਉਹ ਮਨਾਂ 'ਚ ਉਤਰ ਜਾਂਦੇ ਨੇ, ਚੇਤਿਆਂ 'ਚ ਉਤਰ ਜਾਂਦੇ ਨੇ, ਫਿਰ ਲੋਕ ਗਾਇਕ ਕੀ ਇਹ ਬਣ ਸਕਦੇ? ਨਹੀਂ, ਲੋਕ ਗਾਇਕ ਦਾ ਮਤਲਬ ਸਾਫ਼ ਤੇ ਸਪਸ਼ਟ ਤੇ ਸਿੱਧਾ ਹੈ, ਲੋਕਾਂ ਦਾ ਗਾਇਕ। ਲੋਕਾਂ ਚੋਂ ਜਨਮਿਆ, ਲੋਕਾਂ 'ਚ ਪੈਦਾ ਹੋਇਆ, ਲੋਕਾਂ ਦੀ ਬੋਲੀ 'ਚ ਗਾਇਆ, ਲੋਕਾਂ ਵਾਸਤੇ ਗਾਇਆ, ਲੋਕਾਂ ਦਾ ਸੋਚ ਸਵਾਦ ਮਨੋਰੰਜਨ, ਉਹਨਾਂ ਦੀਆਂ ਜੀਵਨ ਦੀਆਂ ਦੀਰਘ ਘਟਨਾਵਾਂ ਉਹਨੇ ਗੀਤਾਂ 'ਚ ਚਿਤਰੀਆਂ, ਔਰ ਲੋਕਾਂ ਦੇ ਵਿੱਚ ਬਹਿ ਕੇ ਮਿਕਸ ਹੋ ਰਿਹਾ, ਲੋਕਾਂ 'ਚ ਰਲ ਮਿਲ ਕੇ ਗਾ ਰਿਹਾ, ਉਹਨੂੰ ਲੋਕ ਗਾਇਕ ਕਹਿੰਦੇ ਆ। ਫਿਰ ਸਮਾਂ ਆਇਆ ਜਿਹੜਾ ਬੰਦਾ ਰੇਡੀਓ ਤੋਂ ਅਪਰੂਵਡ ਹੁੰਦਾ ਸੀ, ਉਹਦੇ ਨਾਲ ਲੋਕ ਗਾਇਕ ਲੱਗਦਾ ਸੀ, ਠੀਕ ਹੈ। ਰੇਡੀਓ ਦੀ ਇਹ ਪਰੰਪਰਾ ਰਹੀ ਕਿ ਲੋਕ ਗਾਇਕ ਜਦੋਂ 2:30 ਵਾਲੇ ਗੀਤ ਆਉਂਦੇ ਸੀ ਤਾਂ ਉਦੋਂ ਲੋਕ ਗਾਇਕ ਸ਼ਬਦ ਵਰਤਿਆ ਜਾਂਦਾ ਸੀ। ਅੱਜ ਦੇ ਲੋਕ ਗਾਇਕ ਹਨ ਲਾਲ ਚੰਦ, ਯਮਲਾ ਜੱਟ, ਇਹ ਅਨਾਉਂਸਰ ਅਨਾਉਂਸ ਕਰਦਾ ਸੀ ਰੰਗਲੀ ਧਰਤੀ ਪ੍ਰੋਗਰਾਮ, ਰੰਗਲੀ ਧਰਤੀ ਦੇ ਵਿੱਚ। ਔਰ ਤੁਸੀਂ ਹੈਰਾਨ ਹੋਵੋਗੇ ਕਿ ਜਿਹੜਾ ਆਲ ਇੰਡੀਆ ਰੇਡੀਓ ਦੇ ਉੱਤੋਂ ਲੋਕ ਗਾਇਕ ਸ਼ਬਦ ਕਿਸੇ ਦੇ ਨਾਲ ਲੱਗ ਜਾਂਦਾ ਸੀ, ਉਹਨੂੰ ਹੀ ਲੋਕ ਗਾਇਕ ਮੰਨਿਆ ਜਾਂਦਾ ਸੀ। ਬਿਲਕੁਲ ਬਿਲਕੁਲ। ਫਿਰ ਬਾਅਦ ਚ ਲੁਧਿਆਣੇ ਜਦੋਂ ਮੰਡੀ ਬਣੀ ਗਾਇਕਾਂ ਦੀ, ਫਿਰ ਫੱਟੇ ਲੱਗ ਗਏ, ਫੱਟੇ ਦੇ ਉੱਤੇ ਲੋਕ ਆਪਦੀ ਆਪ ਹੀ ਲੋਕ ਗਾਇਕ ਲਿਖਾਉਣ ਲੱਗ ਗਏ। ਠੀਕ ਹੈ, ਮੈਂ ਨਿੱਕਾ ਹੁੰਦਾ ਦੇਖਦਾ ਹੁੰਦਾ ਸੀ, ਉੱਥੇ ਜਾਂਦਾ ਸੀ ਤੇ ਲੋਕ ਗਾਇਕ ਲਿਖਾਉਣ ਲੱਗ ਗਏ। ਲੋਕ ਗਾਇਕ ਆਪਦੇ ਆਪ ਨਹੀਂ ਬਣਿਆ ਜਾ ਸਕਦਾ, ਲੋਕਾਂ ਨੇ ਜਿਹਨੂੰ ਪਦਵੀ ਦਿੱਤੀ ਤੇ ਲੋਕਾਂ 'ਚ ਜਿਹੜਾ ਪ੍ਰਵਾਨ ਚੜਿਆ ਤੇ ਲੋਕਾਂ ਦੀ ਜ਼ੁਬਾਨ 'ਚ ਚੜਿਆ, ਲੋਕਾਂ ਦੀ ਅੰਤਰ ਆਤਮਾ ਨੂੰ ਜਿੰਨੇ ਫੜਿਆ, ਉਹਨਾਂ ਦੀ ਸੰਵੇਦਨਾ ਤੇ ਵੇਦਨਾ ਨੂੰ ਪਛਾਣਿਆ, ਉਹਨਾਂ ਦੇ ਜ਼ਖਮਾਂ ਤੇ ਮਲਮ ਲਾਈ ਤੇ ਲੋਕਾਂ ਨੂੰ ਉਹ ਠੰਡਕ ਮਿਲੀ, ਰਾਹਤ ਮਿਲੀ, ਰਿਲੈਕਸ ਹੋਏ, ਉਹਨੂੰ ਲੋਕ ਗਾਇਕ ਕਿਹਾ ਜਾਂਦਾ ਹੈ। ਆਪਦੀ ਆਪ ਤਾਂ ਜਿਹੜਾ ਮਰਜ਼ੀ ਬਣਿਆ ਫਿਰੇ, ਜਿਹੜਾ ਮਰਜ਼ੀ ਆਪਣੇ ਗਲ ਦੇ ਵਿੱਚ ਫੱਟਾ ਪਾ ਕੇ ਬਹਿ ਜਾਵੇ ਲੋਕ ਗਾਇਕੀ ਦਾ, ਪਰ ਜਿਹੜਾ ਅਸਲ ਵਿੱਚ ਲੋਕਾਂ ਦੀ ਗੱਲ ਕਰਦਾ ਹੈ, ਲੋਕਾਂ ਦੇ ਵਿੱਚ ਰਹਿੰਦਾ ਹੈ, ਲੋਕਾਂ ਦੇ ਵਿੱਚ ਜੰਮਦਾ ਪਲਦਾ ਹੈ, ਫਿਰ ਪੂਰਾ ਵੀ ਹੋ ਜਾਂਦਾ ਹੈ, ਉਹ ਅਸਲ ਵਿੱਚ ਲੋਕ ਗਾਇਕ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਲੱਭਣਾ ਥੋੜ੍ਹਾ ਜਿਹਾ ਮੁਸ਼ਕਿਲ ਹੋ ਗਿਆ। ਔਰ ਅੱਜ ਦੀ ਇਹ ਬਿਹਤਰੀਨ ਖੂਬਸੂਰਤ ਜਿਹੜੀ ਗੱਲਬਾਤ ਸਾਡੀ ਚੱਲ ਰਹੀ ਹੈ, ਉਸ ਗੱਲਬਾਤ ਵਿੱਚ ਉੱਗੀ ਸ਼ਖਸੀਅਤ ਨਿੰਦਰ ਘੁਗਿਆਣਵੀ ਜੀ ਸਾਡੇ ਨਾਲ ਨੇ, ਔਰ ਇਹਨਾਂ ਦੀ ਜ਼ਿੰਦਗੀ ਦੇ ਵੀ ਆਪਣੇ ਬਹੁਤ ਵੱਡੇ ਵੱਡੇ ਤਜਰਬੇ ਨੇ। ਔਰ ਤੁਸੀਂ ਰੇਡੀਓ ਦੇ ਨਾਲ ਵੀ ਜੁੜੇ, ਟੀਵੀ ਦੇ ਨਾਲ ਵੀ ਜੁੜੇ, ਆਪ ਖੁਦ ਬਹੁਤ ਵੱਖਰੇ ਵੱਖਰੇ ਥਾਵਾਂ ਦੇ ਉੱਪਰ ਅਖਬਾਰਾਂ ਦੇ ਵਿੱਚ, ਰਸਾਲਿਆਂ ਦੇ ਵਿੱਚ ਔਰ ਕਿਤਾਬਾਂ ਦੇ ਨਾਲ ਵੀ ਮਾਂ ਬੋਲੀ ਦੀ ਸੇਵਾ ਕੀਤੀ ਹੈ। ਔਰ ਜਿਵੇਂ ਕਈ ਕਲਾਕਾਰ ਹੁੰਦੇ ਆ, ਉਹ ਕਹਿੰਦੇ ਕਿ ਅਸੀਂ ਪੜ੍ਹਦੇ ਬਹੁਤ ਹਾਂ। ਅਜੋਕੇ ਸਮੇਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਸੱਚਮੁੱਚ ਸੱਚਾਈ ਦੇ ਨਾਲ, ਜਿਵੇਂ ਤੁਸੀਂ ਪਹਿਲਾਂ ਦੱਸਿਆ ਕਿ ਹੁਣ ਤਾਂ ਵਰਕੇ ਉਹ ਲੱਦਦੇ ਨੇ, ਇਹ ਪੜ੍ਹਨ ਵਾਲੇ ਹੈਗੇ ਆ ਸਾਡੇ ਕੋਲ ਟਾਵੇਂ ਟੱਲੇ ਕਿ ਨਹੀਂ? ਗੱਲ ਇਹ ਹੈ, ਕਿਛ ਕਹੀ ਹੈ ਕਿਛ ਸੁਣੀਏ ਨਾਨਕ, ਜਬ ਲਗ ਦੁਨੀਆ ਰਹੀ ਹੈ। ਸਾਨੂੰ ਅੱਜ ਸ਼ਬਦ ਹੈ ਸਾਡੇ ਕੋਲੇ ਤਾਂ ਅਸੀਂ ਆਪਾਂ ਬੈਠੇ ਗੱਲਾਂ ਕਰ ਰਹੇ ਹਾਂ, ਸ਼ਬਦੋ ਸ਼ਬਦੀ ਹੋਏ ਵਿਚਾਰ। ਜੇ ਸ਼ਬਦ ਨਾ ਹੁੰਦਾ ਮਨੁੱਖ ਕਿੱਥੇ ਸੀ? ਔਰ ਮੈਂ ਸਮਝਦਾ ਕਿ ਸ਼ਬਦ ਦੀ ਸਿਰਜਣਾ ਤੇ ਸ਼ਬਦ ਦੀ ਹੋਂਦ, ਔਰ ਜਿਹੜਾ ਬੰਦਾ ਸ਼ਬਦ ਦੀ ਪਰਿਭਾਸ਼ਾ ਨੂੰ, ਉਹਦੀ ਅੰਤਰਾਤਮਾ ਨੂੰ, ਉਹਦੀ ਸੀਰਤ ਤੇ ਸੂਰਤ ਨੂੰ ਸਮਝਦਾ, ਉਹ ਇੱਕ ਮਹਾਨ ਮਨੁੱਖ ਹੁੰਦਾ। ਜਦੋਂ ਅਸੀਂ ਸ਼ਬਦਾਂ ਤੋਂ ਵਿਹੂਣੇ ਤੇ ਸਖਣੇ ਹੋਏ, ਉਦੋਂ ਅਸੀਂ ਗੂੰਗੇ ਹੋਏ ਤੇ ਬੋਲੇ ਹੋਣਾ ਤਾਂ ਆਪੇ ਹੋਣਾ ਸੀ। ਬਿਲਕੁਲ। ਔਰ ਸਾਡੇ ਬਹੁਤ ਸਾਰੇ ਫਨਕਾਰਾਂ ਨੇ ਕਿਸੇ ਸਮੇਂ ਅਧਿਐਨ ਕੀਤਾ, ਸਾਹਿਤ ਦਾ ਮੁਤਾਲਿਆ ਕੀਤਾ, ਚੰਗਾ ਸਾਹਿਤ ਲੱਭਿਆ, ਢੂੰਡਿਆ, ਗਾਇਆ, ਬਹੁਤ ਉੱਤਮ ਗਾਇਆ। ਦੂਰਦਰਸ਼ਨ ਤੇ ਬੜੀਆਂ ਰਿਕਾਰਡਿੰਗਾਂ ਹੋਈਆਂ, ਉਦੋਂ ਪ੍ਰਫੁੱਲਤਾ ਹੋਈ ਜਦੋਂ ਗਾਇਕੀ ਨੂੰ ਕੋਈ ਪੁੱਛਦਾ ਨਹੀਂ ਸੀ, ਉਦੋਂ ਦੂਰਦਰਸ਼ਨ ਦਾ ਦੇਣ ਬਹੁਤ ਵੱਡੀ ਹੈ। ਔਰ ਉਹਨਾਂ ਵੇਲਿਆਂ ਦੇ ਵਿੱਚ ਜਦੋਂ ਮੁਤਾਲਿਆ ਹੋਇਆ, ਸਾਹਿਤ ਨੂੰ ਲੱਭਿਆ ਗਿਆ ਔਰ ਪੇਸ਼ਕਾਰੀਆਂ ਹੋਈਆਂ,
ਉਹਨਾਂ ਪੇਸ਼ਕਾਰੀਆਂ ਦਾ ਲੋਕਾਂ ਤੇ ਅਸਰ ਪਿਆ ਜੀ। ਅੱਜ ਵੀ ਲੋਕਾਂ ਨੂੰ ਪ੍ਰੋਗਰਾਮ ਯਾਦ ਨੇ ਜੀ। ਜਦੋਂ ਅਸੀਂ ਕਾਲ 'ਚ ਪੈ ਗਏ, ਕ੍ਰੋਧ 'ਚ ਪੈ ਗਏ, ਕੁੜੱਤਨ 'ਚ ਪੈ ਗਏ ਤੇ ਪੈਸਿਆਂ ਦੀ ਦੌੜ 'ਚ ਪੈ ਗਏ ਵੀ ਮੇਰੇ ਕਿੰਨੇ ਸ਼ੋਅ ਲੱਗਣਗੇ, ਕਿੱਥੋਂ ਮੈਨੂੰ ਸੱਦਾ ਕੰਟਰੀ ਤੋਂ ਆਊਗਾ ਜੀ, ਉਦੋਂ ਫਿਰ ਉਥਲ ਪੁਥਲ ਹੋਇਆ। ਬਿਲਕੁਲ। ਦੇਖੋ ਇਹ ਨਹੀਂ ਹੁੰਦਾ ਪੇਟ ਨਾ ਪਈਆਂ ਰੋਟੀਆਂ ਸਭੇ ਗੱਲਾਂ ਖੋਟੀਆਂ। ਰੋਟੀ ਵੀ ਖਾਣੀ ਹੈ ਲੋਕਾਂ ਨੇ, ਪਰ ਲੋਕਾਂ ਨੇ ਰੋਟੀ ਜਿਹੜੇ ਉਹਨਾਂ ਫਨਕਾਰਾਂ ਨੇ ਸੰਜਮ ਨਾਲ ਖਾਧੀ, ਉਹਨਾਂ ਦਾ ਨਾਂ ਅੱਜ ਵੀ ਹੈਗਾ। ਜਿਹੜੇ ਬੇਸੰਜਮੇ ਲੋਕ ਆਏ ਸੀ ਉਹਨਾਂ ਨੂੰ ਨਹੀਂ ਕੋਈ ਪੁੱਛਦਾ। ਉਹਦਾ ਕਾਰਨ ਹੈ ਕਿ ਰਹਿਣਾ ਮਿੱਤਰਾ ਕਲਾ ਨੇ, ਬਿਲਕੁਲ ਕਲਾ ਨੇ ਤੁਹਾਡੇ ਨਾਲ ਜਾਣਾ ਜੀ। ਉਹ ਬੰਦੇ ਚਲੇ ਵੀ ਗਏ, ਅਣਗਿਣਤ ਬੰਦੇ ਆ, ਉਹਦੇ ਗੀਤ ਅੱਜ ਵੀ ਆਪਾਂ ਸੁਣਦੇ ਆ ਜੀ। ਤੇ ਜੇਕਰ ਤੁਸੀਂ ਕਲਾ ਦੀ ਗੱਲ ਕਰਦੇ ਹੋ ਕਿ ਰਹਿਣਾ ਕਲਾ ਨੇ, ਇਹ ਬਿਲਕੁਲ ਸੱਚੀ ਗੱਲ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਅੱਜ ਜਿਹੜਾ ਅਸਲ ਕਲਾ ਦਾ ਮਾਲਕ ਆ ਉਹ ਵਿਚਾਰਾ ਨੁਕਰੇ ਲੱਗਾ ਬੈਠਾ ਹੈ, ਜਿਹਦੇ ਕੋਲ ਕਲਾ ਭੁੱਲ ਕੇ ਵੀ ਕੋਲ ਦੀ ਲੰਘੀ ਨਹੀਂ, ਉਹ ਪੈਸੇ ਦੇ ਜ਼ੋਰ 'ਤੇ ਉਹ ਅੱਗੇ ਆਈ ਜਾਂਦਾ ਹੈ। ਇੱਥੇ ਬੇਸੁਰਿਆਂ ਦੇ ਸਿਰ ਦੇ ਉੱਪਰ ਸੁਰਾਂ ਦੇ ਸਰਤਾਜ ਦਾ ਟਾਈਟਲ ਸਜਾਇਆ ਜਾਂਦਾ ਹੈ। ਇਹ ਅਜੋਕੇ ਸਮੇਂ ਦਾ ਵਰਤਾਰਾ, ਇਹਨੂੰ ਕਿਵੇਂ ਦੇਖਦੇ ਹੋ? ਗੱਲ ਇਹ ਹੈ ਜਿਹੜੀ ਸ਼ੁੱਧਤਾ ਸੀ ਉਹਨੇ ਸ਼ੁੱਧਤਾ ਹੀ ਰਹਿਣਾ। ਇੱਕ ਜਦੋਂ ਯੁੱਗ ਬਦਲ ਕੇ ਫਿਰ ਆ ਗਿਆ ਇੰਡਸਟਰੀ, ਕਾਰਖਾਨਾ, ਫਿਰ ਕਾਰਖਾਨੇ ਦੇ ਵਿੱਚ ਪੁਰਜੇ ਬਣਨੇ ਸ਼ੁਰੂ ਹੋਏ ਜੀ। ਜਦੋਂ ਗੀਤ ਪੁਰਜਾ ਬਣਦਾ ਉਦੋਂ ਗੀਤ ਦੀ ਮੌਤ ਹੁੰਦੀ ਹੈ ਜੀ। ਜਦੋਂ ਗੀਤ ਰੂਹ ਬਣ ਕੇ ਮਨ 'ਚ ਵੱਸਦਾ ਉਦੋਂ ਗੀਤ ਦੀ ਉਮਰ ਲੋਕ ਗੀਤ ਦੀ ਆਪਾਂ ਸੀਸ ਨਹੀਂ ਦਿੰਦੇ ਹੁੰਦੇ, ਤੇਰੀ ਉਮਰ ਲੋਕ ਗੀਤ ਜਿੰਨੀ ਹੋਵੇ ਜੀ। ਔਰ ਲੋਕ ਗੀਤ ਕਦੇ ਮਰਦਾ ਨਹੀਂ ਮਰਦਾ। ਸਾਡੇ ਕਲਾ ਸਾਧਨਾ ਦੇ ਬਹੁਤ ਵੱਡੇ ਵੱਡੇ ਉਸਤਾਦਾਂ ਦਾ ਮੈਂ ਹਾਲ ਦੇਖਿਆ ਰਿਹਾ, ਮੈਂ ਉਹਨਾਂ ਦੇ ਬਹੁਤ ਸਾਰਿਆਂ ਤੇ ਲਿਖਿਆ, ਬੜੀਆਂ ਕਿਤਾਬਾਂ 'ਚ ਮੈਂ ਛਪਿਆ, ਉਹਦੇ ਯੂਨੀਵਰਸਿਟੀਆਂ ਪੱਧਰ ਤੱਕ ਵੀ ਮੇਰੀਆਂ ਕਿਤਾਬਾਂ ਜਿਹੜੀਆਂ ਗਈਆਂ ਉਹ ਸਾਰੀਆਂ ਛਾਪੀਆਂ ਉਹਨਾਂ ਨੇ ਜੀ। ਉਹਨਾਂ ਕੋਲੇ ਕਲਾ ਸੀ, ਪਰ ਕਲਾ ਨੂੰ ਪੇਸ਼ ਕਿੱਥੇ ਕਰਨਾ ਇਸ ਗੱਲ ਤੋਂ ਵੇਸਲੇ ਰਹੇ। ਜਿਹਨੂੰ ਚੰਗਾ ਸਰੋਤਾ ਮਿਲਿਆ ਠੀਕ ਹੈ, ਉਹਨੂੰ ਪੈਸੇ ਨਹੀਂ ਮਿਲੇ, ਜਿਹਨੂੰ ਪੈਸੇ ਮਿਲ ਗਏ ਉਹਨੂੰ ਚੰਗਾ ਸਰੋਤਾ ਨਹੀਂ ਮਿਲ ਗਿਆ। ਸਰੋਤਾ ਕੱਲਾ ਗਾਇਕ ਪੈਸੇ ਨਹੀਂ ਚਾਹੁੰਦਾ, ਉਹ ਵਾਹ ਵੀ ਚਾਹੁੰਦਾ, ਕੋਈ ਤਾਰੀਫ ਕਰੇ, ਕੋਈ ਸੁਣੇ, ਠੀਕ ਹੈ ਨਾ। ਇਹ ਵਿਡੰਬਣਾ ਰਹੀ ਉਹਨਾਂ ਦੀ। ਜਿਹੜੇ ਘਰਾਂ 'ਚ ਬੈਠੇ ਆ ਵਿਚਾਰੇ, ਉਹਨਾਂ ਨੂੰ ਪਲੇਟਫਾਰਮ ਨਹੀਂ ਮਿਲਿਆ, ਉਹਨਾਂ ਨੂੰ ਮੌਕਾ ਨਹੀਂ ਮਿਲਿਆ, ਉਹਨਾਂ ਨੂੰ ਸਮਾਂ ਤੇ ਸਬੱਬ ਤੇ ਵਿਧਾ ਨਹੀਂ ਬਣੀ। ਜਿਹੜੇ ਬੰਦਿਆਂ ਨੂੰ ਸਮਾਂ ਸਬੱਬ ਤੇ ਵਿਧਾ ਮਿਲ ਗਈ, ਪਲੇਟਫਾਰਮ ਮਿਲ ਗਿਆ, ਉਹ ਨਿਕਲ ਗਏ। ਜਿਨ੍ਹਾਂ ਨੂੰ ਲੱਗ ਗਿਆ ਕਿ ਮੈਂ ਹੁਣ ਜਿਹੜੀ ਪਰੌਂਠੀ ਲਾਈ ਆ ਇਹ ਤੇ ਘਿਓ ਇੰਨਾ ਕੁ ਲਾਇਆ, ਇੰਨਾ ਹੀ ਲਾਉਣਾ, ਇਦੋਂ ਵੱਧ ਨਹੀਂ ਲਾਉਣਾ, ਉਹਨੂੰ ਹਿਸਾਬ ਕਿਤਾਬ ਆ ਗਿਆ ਪਰੌਂਠੀ ਲਾਉਣ ਦਾ, ਚੱਲੀ ਜਾਂਦਾ। ਬਿਲਕੁਲ ਬਿਲਕੁਲ। ਔਰ ਜੇਕਰ ਅਸੀਂ ਅੱਜ ਦੇ ਸਮੇਂ ਦੀ ਗੱਲ ਦੇਖੀਏ, ਅੱਜ ਦੇ ਸਮੇਂ ਦੇ ਵਿੱਚ ਵੀ ਕਿਤੇ ਕਿਤੇ ਜੁਗ ਨੂੰ ਜਗਦੇ ਨੇ ਦੀਵੇ, ਜਗਦੇ ਨੇ, ਹਨੇਰਿਆਂ ਨੂੰ ਦੂਰ ਭਜਾਉਂਦੇ ਨੇ। ਉਹ ਆਪਣੀ ਸੂਰਜ ਦੀ ਥਾਂ ਜ਼ਿੰਮੇਵਾਰੀ ਪੂਰੀ ਕਰਦੇ ਨੇ, ਭਾਵੇਂ ਥੋੜ੍ਹੀ ਕਰਨ। ਔਰ ਜੇਕਰ ਅਸੀਂ ਅੱਜ ਜੁਗ ਨੂੰ ਟਿਮਟਮਾਉਂਦੇ ਦੇਖੀਏ, ਬਹੁਤ ਸਾਰੇ ਕਲਾਕਾਰ ਕੁਝ ਐਸੇ ਵੀ ਨੇ, ਬਹੁਤ ਸੋਹਣੇ ਸੋਹਣੇ ਗੀਤ ਆ ਰਹੇ ਨੇ, ਲਿਖਿਆ ਵੀ ਬਹੁਤ ਸੋਹਣਾ ਸੋਹਣਾ ਜਾ ਰਿਹਾ, ਪਰ ਥੋੜ੍ਹਾ ਕਈ ਵਾਰ ਆਟੇ 'ਚ ਲੂਣ ਤਾਂ ਚੱਲ ਜਾਂਦਾ ਹੈ, ਪਰ ਆਟੇ 'ਚ ਲੂਣ ਕਿੰਨੀ ਕੁ ਦੇਰ ਚੱਲੂਗਾ? ਲੂਣ 'ਚ ਆਟਾ ਨਹੀਂ ਚੱਲਦਾ। ਜਿਵੇਂ ਤੁਸੀਂ ਕਿਹਾ ਨਾ, ਇਹ ਸ਼ਬਦ ਬੜੀ ਤਗੜੀ ਪਰਿਭਾਸ਼ਾ ਹੈ ਇਹਦੀ, ਇਹ ਤੇ ਬਹੁਤ ਕੁਝ ਬੋਲਿਆ ਜਾ ਸਕਦਾ, ਲਿਖਿਆ ਜਾ ਸਕਦਾ। ਕਦੀ ਵੀ ਕਿਸੇ ਚੀਜ਼ ਦਾ ਨਾਸ ਨਹੀਂ ਹੁੰਦਾ। ਔਰ ਕੋਈ ਹਰਿਓ ਬੂਟ ਰਿਓ ਰੀ ਵੀ ਸਾਡੇ ਗੁਰੂਆਂ ਕਿਹਾ। ਬਿਲਕੁਲ। ਜਿਹੜੇ ਹੁਣ ਮੁੰਡੇ ਕੁੜੀਆਂ ਸੁਰੀਲੇ ਜੀ ਆ ਰਹੇ ਆ ਜੀ, ਜਦੋਂ ਆਪਾਂ ਸੁਣਦੇ ਆ ਤਾਂ ਲੱਗਦਾ ਹੈ ਕਿ ਠੰਡ ਪੈਂਦੀ ਹੈ ਜੀ। ਜਦੋਂ ਉਹ ਸਾਧਨਾ ਦੇ ਦੁਆਰ ਪਹੁੰਚਦੇ ਆ ਤੇ ਫਿਰ ਉਹਨਾਂ ਨੂੰ ਭਟਕਾ ਦਿੱਤਾ ਜਾਂਦਾ। ਬਹੁਤ ਸਾਰੇ ਮੇਰੇ ਧਿਆਨ 'ਚ ਹੈ ਮੁੰਡੇ ਕੁੜੀਆਂ ਜਿਨ੍ਹਾਂ ਨੇ ਆਰੰਭਤਾ ਦੇ ਦੌਰ 'ਚ ਬਹੁਤ ਖੂਬਸੂਰਤ ਗਾਇਆ ਜੀ, ਬੜਾ ਕਮਾਲ ਦਾ, ਉਹਨੂੰ ਪਸੰਦ ਵੀ ਕੀਤਾ। ਜਦੋਂ ਫਿਰ ਥੋੜਾ ਤਵਾ ਤੱਤਾ ਗਰਮ ਹੋਇਆ, ਉਦੋਂ ਫਿਰ ਕਿਹਾ ਗਿਆ ਕਿ ਹੁਣ ਥੋੜਾ ਜਿਹਾ ਪਰੌਂਠਾ ਹੋਰ ਸੇਕ ਲਓ। ਜਦੋਂ ਅਸੀਂ ਇਸ ਭਾਵਨਾ ਨਾਲ ਕਲਾ 'ਚ ਆ ਗਏ, ਉਦੋਂ ਇਹ ਭਟਕਾਉਂਦਾ ਕੌਣ ਆ? ਭਟਕਾਉਂਦਾ, ਵੇਖੋ ਤੁਸੀਂ ਮੇਰੀ ਗੱਲ ਸੁਣੋ, ਜਦੋਂ ਬਿਜ਼ਨਸ ਬਣੇਗਾ ਨਾ, ਵਪਾਰ ਕਰਨ ਵਾਲੇ ਫਨਕਾਰ ਬਣਨਗੇ ਨਾ, ਉਦੋਂ ਭਟਕਣਾ ਤਾਂ ਤੁਹਾਡੇ ਮਨ 'ਚ ਆਪਣੇ ਆਪ ਆਊਗੀ। ਬਿਲਕੁਲ। ਜਦੋਂ ਜੋਗੀ ਮੈਂ ਤੁਹਾਡੀ ਗੱਲ ਕੱਟ ਗਿਆ, ਸੌਰੀ, ਉਹ ਸਮਾਂ ਸੀਗਾ ਵੀ ਜਿੰਨੇ ਕਿਸੇ ਨੇ ਪੈਸੇ ਦੇਤੇ ਲੈ ਕੇ ਆਪਣੇ ਘਰ ਨੂੰ ਸੰਤੁਸ਼ਟੀ ਨਾਲ ਚਲੇ ਗਏ। ਹਾਂ। ਤੇ ਮਤਲਬ ਹੁਣ ਸਟੇਜ ਤੇ ਚੜਨ ਤੋਂ ਪਹਿਲਾਂ ਕਹਿੰਦੇ ਵੀ ਲਿਆਓ ਕਿੱਥੇ ਕੰਟਰੈਕਟ ਸਾਈਨ ਕੀਤਾ ਸੀ ਤੁਸੀਂ, 40,000 ਪਹਿਲਾਂ ਦਿੱਤਾ ਹੋਇਆ ਤੇ 60 ਰਹਿੰਦਾ ਤੁਹਾਡਾ, ਜੇ ਕਿਸੇ ਨੇ ਲੱਖ ਮੰਗਿਆ ਬਿਲਕੁਲ ਤੇ ਇਹ 60 ਤੁਸੀਂ ਦਿਓ ਤੇ ਚੜੀਏ। ਉਹ ਕਹਿੰਦਾ ਯਾਰ ਅਸੀਂ ਐਡੇ ਬੇਵਿਸ਼ਵਾਸੇ ਬੰਦੇ ਆ। ਬਿਲਕੁਲ ਹੈ।
ਤੇ ਇਹ ਸਰੋਤੇ ਐਡੇ ਵਿਸ਼ਵਾਸੇ ਹੁੰਦੇ ਆ ਵੀ ਤੁਸੀਂ ਐਡੀ ਕਾਹਲ ਕਿਉਂ ਮਚਾਈ। ਕਈ ਥਾਵਾਂ ਤੇ ਲੜਦੇ ਵੇਖੇ ਮੈਂ, ਬਿਲਕੁਲ ਲੜਾਈਆਂ ਥਾਵਾਂ ਦੇ ਉੱਤੇ, ਬਿਲਕੁਲ ਲੜਾਈਆਂ। ਸੋ ਇਹ ਭਾਵਨਾ ਆਈ ਉਦੋਂ, ਉਹ ਭਾਵਨਾ ਹੁੰਦੀ ਸੀ। ਔਰ ਉਸਤਾਦ ਹੋਰੀ ਤਾਂ ਜੇ ਕਿਸੇ ਮੁੰਡੇ ਕੁੜੀ ਦੇ ਗਏ ਤੇ ਉੱਥੇ ਹੀ ਸ਼ਗਨ ਪਾ ਆਉਂਦੇ ਸੀ। ਕੀ ਬਾਤ, ਜਿਹੜੇ ਪੈਸੇ ਬਣੇ ਇਤਿਹਾਸ ਮਿਲਦਾ ਹੈ। ਬਿਲਕੁਲ ਬਿਲਕੁਲ ਲੱਭਿਆ। ਹੁਣ ਉਦਾਂ ਦੇ ਲਾਲ ਗਵਾਚੇ ਕਿੱਥੋਂ ਲੱਭ ਕੇ ਲਿਆਈਏ ਅਸੀਂ। ਉਹ ਵਕਤ ਪਿੱਛਾ ਨੂੰ ਮੁੜਦਾ ਨਹੀਂ, ਇਹਦਾ ਕੋਈ ਬੈਕ ਗੇਅਰ ਹੈ ਨਹੀਂਗਾ। ਸਾਡੇ ਵਾਲਾ ਸਮਾਂ ਵੀ ਜਿਹੜਾ ਉਹ ਦੌੜਿਆ ਜਾਂਦਾ। ਇਸ ਦੌੜਦੇ ਹੋਏ ਸਮੇਂ ਦੇ ਵਿੱਚ ਇਹਦੀ ਬਾਂਹ ਬੂਹ ਫੜ ਕੇ ਕਿਸੇ ਨੂੰ ਕੁਝ ਸਮਝਾਉਣਾ ਚਾਹੀਏ ਤਾਂ ਕੀ ਕਹਿਣਾ ਚਾਹੋਗੇ? ਨਾ ਤਾਂ ਬਾਈ ਕੋਈ ਸਮਝਦਾ ਤੇ ਨਾ ਸਮਝ ਤੁਹਾਨੂੰ ਅੰਦਰੋਂ ਆਵਾਜ਼ ਆਉਣੀ ਹੈ ਜੀ। ਸਮਝਾਇਆ ਨਹੀਂ ਜਾ ਸਕਦਾ, ਉਹਨੂੰ ਬੇਨਤੀ ਕੀਤੀ ਜਾ ਸਕਦੀ ਹੈ, ਅਪੀਲ ਕੀਤੀ ਜਾ ਸਕਦੀ ਹੈ, ਮਿਹਨਤ ਕੀਤੀ ਜਾ ਸਕਦੀ ਹੈ ਕਿ ਕਲਾ ਦੇ ਉੱਤੇ ਕਹਿਰ ਨਾ ਗੁਜ਼ਾਰੋ। ਉੱਥੇ ਉਸਤਾਦ ਨੂੰ ਗਾਉਣਾ ਪਿਆ ਸੀ ਇੱਕ ਵਾਰੀ, ਬਹੁਤ ਕਮਾਲ ਦਾ ਗੀਤ ਗਾਇਆ ਸੀ ਉਹਨੇ ਜੀ ਕਿ ਕਲਾ ਕਾਮ ਕ੍ਰੋਧੀ ਲੋਭੀ ਲੋਕੋ ਕੋਈ ਤੇ ਸੋਚ ਵਿਚਾਰੋ, ਸਭਤਾ ਹੀਣੇ ਤੀਰ ਨਜ਼ਰ ਚੋਂ ਨਾ ਬੇਦਰਦੋ ਮਾਰੇ। ਸਭਤਾ ਹੀਣੇ ਵੀ ਸੱਭਿਆਚਾਰ ਤੋਂ। ਬਿਲਕੁਲ ਬਿਲਕੁਲ ਜੀ, ਬਹੁਤ ਖੂਬ। ਔਰ ਇਹ ਜਿਹੜੀਆਂ ਬੇਸ਼ਕੀਮਤੀ ਗੱਲਾਂ ਨੇ, ਔਰ ਉਹ ਗੱਲਾਂ ਜਿਹੜੀਆਂ ਲੋਕਾਂ ਦੇ ਦਿਲਾਂ ਦੇ ਵਿੱਚੋਂ ਨਿਕਲੀਆਂ, ਮਨਾਂ ਦੇ ਵਿੱਚੋਂ ਨਿਕਲੀਆਂ, ਉਹਨਾਂ ਨੂੰ ਭਾਂਪ ਕੇ ਜਿਨ੍ਹਾਂ ਕਲਾਕਾਰਾਂ ਨੇ ਉਹਨਾਂ ਨੂੰ ਗੀਤ ਬਣਾ ਕੇ ਲੋਕਾਂ ਦੇ ਸਾਹਮਣੇ ਰੱਖਿਆ, ਉਹ ਲੋਕ ਗਾਇਕ ਬਣ ਗਏ। ਔਰ ਅੱਜ ਦੀ ਗਾਇਕੀ ਕਦੋਂ ਲੋਕ ਗਾਇਕੀ ਬਣੇਗੀ, ਇਹ ਤੇ ਆਉਣ ਵਾਲਾ ਸਮਾਂ ਦੱਸੇਗਾ। ਜੇਕਰ ਅਸੀਂ ਮੋੜ ਲਿਆ ਤਾਂ ਫਿਰ ਸੱਚਮੁੱਚ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕਰਾਂਗੇ, ਨਹੀਂ ਤਾਂ ਇਹ ਕੰਮ ਇਸੇ ਤਰ੍ਹਾਂ ਹੀ ਚੱਲਦਾ ਰਹੂਗਾ। ਅਸੀਂ ਤੇ ਆਸ ਤੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਇਸ ਨੂੰ ਠੱਲ ਪਾਵੇ। ਔਰ ਨਿੰਦਰ ਘੁੰਗਿਆਣਵੀ ਜੀ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਬਹੁਤ ਹੀ ਸੋਹਣਾ ਸਮਾਂ ਗੁਜ਼ਾਰਿਆ, ਸਾਨੂੰ ਬੜਾ ਚੰਗਾ ਲੱਗਿਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ।